ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਤ ਉਤਪੰਨ ਭਇਓ ਨਹਿ ਕੋਈ, ਬੈਸ ਬਿਕਾਈ ਤੈ ਬਸ ਸੋਈ। ਏਕ ਸੁਤਾ ਉਪਜੀ ਤਿਸ ਕੇਰੇ, ਪੁਨ ਪਰਲੋਕ ਭਾਖਾਂ ਕਵੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਪਿਆਨੇ ਤੋਂ ਉਪਰੰਤ ਮਾਤਾ ਸੁੰਦਰ ਕੌਰ ਜੀ ਦਾ ਇਤਿਹਾਸ ਆਪਾਂ ਸਰਵਣ ਕੀਤਾ ਹੈ। ਔਰ ਇਸੇ ਤਰ੍ਹਾਂ ਫਿਰ ਜੋ ਮਾਤਾ ਸੁੰਦਰ ਕੌਰ ਜੀ ਨੇ ਸੁਨਿਆਰੇ ਸਿੱਖ ਦਾ ਪੁੱਤਰ ਲੈ ਕਰਕੇ ਉਸ ਦੀ ਪਰਵਰਿਸ਼ ਕੀਤੀ ਸੀ। ਪਾਲਕ ਪੁੱਤਰ ਅਜੀਤ ਸਿੰਘ ਤੇ ਪਾਲਕ ਪੁੱਤਰ ਅਜੀਤ ਸਿੰਘ ਦਾ ਅੱਗੇ ਜੋ ਪੁੱਤਰ ਹੋਇਆ ਹੱਠੀ ਸਿੰਘ, ਉਹ ਹੱਠੀ ਸਿੰਘ ਦਾ ਪ੍ਰਸੰਗ ਸਾਧ ਸੰਗਤ ਜੀ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਹੈ। ਜਿਸ ਤਰੀਕੇ ਦੇ ਨਾਲ ਇਸ ਨੇ ਵੀ ਮਨਮਤ ਕੀਤੀ ਗੁਰੂ ਕੀ ਬਾਣੀ ਦੇ ਪਵਿੱਤਰ ਸ਼ਬਦਾਂ ਦੇ ਵਿੱਚੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਨਾਮ ਮਿਟਾ ਕਰਕੇ ਉਸ ਥਾਂ 'ਤੇ ਆਪਣਾ ਨਾਮ ਲਿਖਣ ਲੱਗ ਪਿਆ ਸੀ। ਜਦੋਂ ਮਾਤਾ ਸੁੰਦਰ ਕੌਰ ਜੀ ਨੇ ਇਸ ਨੂੰ ਤਿਆਗ ਦਿੱਤਾ, ਮਥੁਰਾ ਤੋਂ ਮਾਤਾ ਜੀ ਦਿੱਲੀ ਦੇ ਵਿੱਚ ਆ ਗਏ। ਫਿਰ ਦਿੱਲੀ ਆ ਕਰਕੇ ਬਿਕਰਮੀ ਸੰਮਤ 1804 ਦੇ ਵਿੱਚ ਮਾਤਾ ਸੁੰਦਰ ਕੌਰ ਜੀ ਨੇ ਸੱਚਖੰਡ ਪਿਆਨਾ ਕੀਤਾ। ਔਰ ਇਸੇ ਤਰ੍ਹਾਂ ਉਸ ਤੋਂ ਕੁਝ ਸਾਲ ਬਾਅਦ ਇਹ ਹੱਠੀ ਸਿੰਘ ਦੀ ਜੋ ਹਾਲਤ ਹੋਈ, ਜਿਵੇਂ ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ ਤੇ ਉਸਨੇ ਵੱਖ-ਵੱਖ ਥਾਵਾਂ 'ਤੇ ਹਮਲਾ ਕੀਤਾ ਤੇ ਮਥੁਰਾ 'ਤੇ ਵੀ ਹਮਲਾ ਕੀਤਾ। ਉਸ ਘੇਰੇ ਦੇ ਵਿੱਚ ਜਿਵੇਂ ਹੱਠੀ ਸਿੰਘ ਘੇਰਿਆ ਜਾਂਦਾ ਹੈ ਆਪਣੇ 60 ਸਾਥੀਆਂ ਦੇ ਸਮੇਤ, ਔਰ ਅੱਧੀ ਰਾਤ ਵੇਲੇ ਜਿਸ ਵੇਲੇ ਉੱਥੋਂ ਨਿਕਲਦਾ ਹੈ, ਬਾਕੀ ਸਾਰੇ ਅਹਿਮਦ ਸ਼ਾਹ ਫੌਜ ਦੇ ਸਿਪਾਹੀਆਂ ਦੇ ਨਾਲ ਮੁਕਾਬਲਾ ਕਰਦੇ ਇਸ ਨੂੰ ਕਹਿੰਦੇ ਆ ਕਿ ਤੂੰ ਹੁਣ ਭੱਜ ਜਾ। ਇਹ ਫਿਰ ਹੱਠੀ ਸਿੰਘ ਉੱਥੋਂ ਭੱਜ ਕਰਕੇ ਤੇ ਬੁਰਹਾਨਪੁਰ ਜਾ ਕੇ ਵਸਿਆ।
ਫਿਰ ਉੱਥੇ ਇਹਨੇ ਰਹਿਣਾ ਕੀਤਾ। ਇਸ ਤਰੀਕੇ ਨਾਲ ਸਾਧ ਸੰਗਤ ਜੀ ਇਸ ਦਾ ਜੋ ਪ੍ਰਸੰਗ ਹੈ ਇਹ ਆਪਾਂ ਪਿਛਲੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਹੈ। ਅੱਗੇ ਜਿਵੇਂ ਲੜੀਵਾਰ ਗਾਥਾ ਆ ਰਹੀ ਹੈ, ਸਰਵਣ ਕਰੀਏ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਧਿਆਨ ਧਰਦਿਆਂ ਹੋਏ ਆ ਸ਼ਰਧਾ ਭਾਵਨਾ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਠੀ ਸਿੰਘ ਤੈ ਤੇ ਨਿਕਸਿਓ। ਇਸ ਤਰ੍ਹਾਂ ਮਥੁਰਾ ਦੇ ਵਿੱਚੋਂ ਹੱਠੀ ਸਿੰਘ ਇੱਥੋਂ ਨਿਕਲਿਆ। ਹੁਣ ਬੁਰਹਾਨਪੁਰੇ ਚਲ ਗਏ। ਫਿਰ ਰਾਜਸਥਾਨ ਦੇ ਇਲਾਕੇ ਬੁਰਹਾਨਪੁਰ ਦੇ ਵਿੱਚ ਚਲੇ ਗਿਆ। ਵਸਿਓ ਤਹਾਂ ਬੜ ਸਦਨ ਚਨਾਏ। ਉੱਥੇ ਵਸਿਆ ਤੇ ਉੱਥੇ ਆਪਣਾ ਵੱਡਾ ਘਰ ਬਣਾ ਲਿਆ। ਸਿੱਖ ਸੰਗਤ ਕਰਕੇ ਸਮੁਦਾਏ। ਤੇ ਇਸੇ ਤਰ੍ਹਾਂ ਸਿੱਖ ਸੰਗਤਾਂ ਉੱਥੇ ਵੀ ਬਹੁਤੀਆਂ ਇਕੱਠੀਆਂ ਹੋਈਆਂ। ਸੋ ਤੁਤ ਪੰਡ ਭਇਓ ਨਹੀਂ ਕੋਈ। ਇਸ ਹੱਠੀ ਸਿੰਘ ਦੇ ਘਰ ਦੇ ਵਿੱਚ ਅੱਗੇ ਕੋਈ ਪੁੱਤਰ ਪੈਦਾ ਨਹੀਂ ਹੋਇਆ। ਬੈਸ ਬਿਤਾਈ ਤੇ ਬਟ ਸੋਈ। ਇਸ ਹੱਠੀ ਸਿੰਘ ਨੇ ਬੁਰਹਾਨਪੁਰ ਦੇ ਵਿੱਚ ਹੀ ਰਹਿ ਕਰਕੇ ਆਪਣੀ ਸਾਰੀ ਉਮਰ ਬਤੀਤ ਕੀਤੀ। ਏਕ ਸੁਤਾ ਉਪਜੀ ਤਿਸ ਕੇਰੇ। ਇੱਕ ਪੁੱਤਰੀ ਹੱਠੀ ਸਿੰਘ ਦੇ ਘਰ ਦੇ ਵਿੱਚ ਪੈਦਾ ਹੋਈ। ਪੁੱਤਰ ਤਾਂ ਕੋਈ ਪੈਦਾ ਨਹੀਂ ਹੋਇਆ, ਧੀ ਇੱਕ ਪੈਦਾ ਹੋਈ। ਹੁਣ ਪਰਲੋਕ ਪਾਖਾਂ ਭਲੇਰੇ। ਉੱਥੇ ਹੀ ਫਿਰ ਆਪਣੀ ਉਮਰ ਬਤੀਤ ਕਰਕੇ ਇਹ ਹੱਠੀ ਸਿੰਘ ਦਾ ਪਰਲੋਕ ਗਮਨ ਹੋ ਗਿਆ ਬੁਰਹਾਨਪੁਰ ਦੇ ਵਿੱਚ। ਅਬਲੋ ਚਿੰਤਪੁਰ ਬੁਰਹਾਨੇ। ਅਬਲੋ ਚਿੰਨਤਪੁਰ ਬੁਰਹਾਨੇ। ਕਹਿੰਦੇ ਕਿ ਹੁਣ ਤੀਕ ਆਏ ਹੱਠੀ ਸਿੰਘ ਦੇ ਘਰ ਦੀਆਂ ਜਿਹੜੀਆਂ ਨਿਸ਼ਾਨੀਆਂ ਵਾ ਉਹ ਬੁਰਹਾਨਪੁਰੇ ਦੇ ਵਿੱਚ ਹਨ। ਹਠੀ ਸੰਗ ਕੋ ਥਲ ਨਰ ਜਾਣੇ। ਹੱਠੀ ਸਿੰਘ ਕੋ ਫਲ ਨਰ ਜਾਣੇ। ਇਹ ਹੱਠੀ ਸਿੰਘ ਦੇ ਉਸ ਥਾਂ ਨੂੰ ਲੋਕ ਜਾਣਦੇ ਹਨ ਬੁਰਹਾਨਪੁਰ ਦੇ ਵਿੱਚ। ਅਹਿਮਦ ਸ਼ਾਹ ਮੁਰਿਓ ਪੁਨ ਪਾਛੇ। ਇਸ ਤਰ੍ਹਾਂ ਕਹਿੰਦੇ ਵੀ ਇਹ ਤਾਂ ਹੱਠੀ ਸਿੰਘ ਦਾ ਪ੍ਰਸੰਗ ਹੋ ਗਿਆ। ਹੁਣ ਅਹਿਮਦ ਸ਼ਾਹ ਅਬਦਾਲੀ ਦੀ ਗੱਲ ਸੁਣੋ। ਉਹਨੇ ਜਿਵੇਂ ਵੱਖ-ਵੱਖ ਥਾਵਾਂ ਤੇ ਹਮਲਾ ਕੀਤਾ ਤੇ ਮਥੁਰਾ ਸ਼ਹਿਰ ਤੇ ਹਮਲਾ ਕੀਤਾ, ਇਥੋਂ ਫੇਰ ਇਹ ਪੰਜਾਬ ਦੇ ਥਾਣੀ ਵਾਪਸ ਮੁੜਿਆ। ਲਰਹੇ ਸਿੰਘ ਜਿੱਤ ਖੇਤ ਤੇ ਆਸ਼ੇ। ਤਾਂ ਗੁਰੂ ਕੇ ਸਿੰਘ ਜਿੱਥੋਂ ਕਿੱਥੋਂ ਫਿਰ ਜੰਗਲਾਂ ਦੇ ਵਿੱਚੋਂ ਨਿਕਲ ਕਰਕੇ ਤੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੇ ਨਾਲ ਲੜਦੇ ਰਹੇ। ਆਗਾ ਪਾਸ਼ਾ ਲੂਟ ਪਲਾਵੇ। ਕਹਿੰਦੇ ਕਿ ਇਹਦੀ ਫੌਜ ਬਹੁਤੀ ਜ਼ਿਆਦੀ ਸੀ ਤੇ ਸਿੰਘ ਇਸ ਤਰ੍ਹਾਂ ਜੰਗਲਾਂ ਨੂੰ ਨਿਕਲ ਕੇ ਕਈ ਵਾਰੀ ਅਗਲੇ ਪਾਸੇ ਇਹਦੀ ਫੌਜ ਦੀ ਹਮਲਾ ਕਰ ਦਿੰਦੇ ਸੀ, ਕਈ ਵਾਰੀ ਪਿਛਲੇ ਪਾਸੇ ਹਮਲਾ ਕਰ ਦਿੰਦੇ ਸਨ। ਕਈ ਵਾਰੀ ਇਹ ਇੱਥੋਂ ਹਿੰਦੁਸਤਾਨ ਨੂੰ ਲੁੱਟ ਕੇ ਜਾ ਰਿਹਾ ਸੀ ਤੇ ਸਿੰਘ ਇਹਨੂੰ ਲੁੱਟ ਲੈਂਦੇ ਸੀ। ਫਿਰ ਅਗਲੇ ਪਾਸਿਓਂ ਹਮਲਾ ਕਰ ਦੇਣਾ, ਕਈ ਵਾਰੀ ਨਿਕਲ ਕਰਕੇ ਜੰਗਲ ਵਿੱਚੋਂ ਤੇ ਫਿਰ ਹੱਲੇ ਦੇ ਨਾਲ ਹੀ ਹਮਲਾ ਕਰਕੇ ਤੇ ਭੱਜ ਜਾਣਾ। ਫਿਰ ਇਸੇ ਤਰ੍ਹਾਂ ਪਿਛਲੇ ਪਾਸਿਓਂ ਕਿਸੇ ਵੇਲੇ ਹਮਲਾ ਕਰ ਦੇਣਾ। ਇਸ ਤਰ੍ਹਾਂ ਇਹ ਅਹਿਮਦ ਸ਼ਾਹ ਅਬਦਾਲੀ ਨੂੰ ਅੱਗੋਂ ਪਿੱਛੋਂ ਸਿੰਘ ਘੇਰਾ ਪਾਉਂਦੇ ਰਹੇ। ਰੇਪ ਕੋ ਕਸ਼ਟ ਮਹਾ ਬਿਖਰਾ। ਇਹਦੀਆਂ ਫੌਜਾਂ ਦੇ ਨਾਲ ਹੋਰ ਤਾਂ ਕੋਈ ਅੜਿਆ ਨਹੀਂ, ਸਿਰਫ ਗੁਰੂ ਕੇ ਸਿੰਘ ਹੀ ਅੜੇ। ਫਿਰ ਸਿੰਘ ਹੀ ਇਹ ਪਹਿਲਾਂ ਤੋਂ ਲੈ ਕਰਕੇ ਸਿੰਘ ਹੀ ਮੁਕਾਬਲਾ ਕਰਦੇ ਆ। ਇਹ ਹੁਣ ਵੀ ਆਲੇ ਦੁਆਲੇ ਦੇ ਕਹਿੰਦੇ ਆ, ਸਾਰੇ ਕਹਿੰਦੇ ਵੀ ਜੇ ਆ ਸਿੱਖ ਨਾ ਰਾਹ 'ਚ ਆਉਣ ਤੇ ਬਾਕੀਆਂ ਨੂੰ ਤੇ ਅਸੀਂ ਖੂੰਜੇ ਲਾ ਦਈਏ ਉਸੇ ਵੇਲੇ। ਤੋ ਇਹ ਮਹਾਰਾਜ ਸਾਹਿਬ ਜੀ ਦੀਆਂ ਹੀ ਬਖਸ਼ਿਸ਼ਾਂ ਵਾਂ। ਤੋ ਗਰੀਬ ਨਵਾਜ ਸਾਹਿਬ ਜੀ ਦੀਆਂ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ। ਤਾਂ ਇਸ ਤਰ੍ਹਾਂ ਕਹਿੰਦੇ ਅੱਗੋਂ ਪਿੱਛੋਂ ਇਹ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੂੰ ਸਿੰਘ ਘੇਰਦੇ ਰਹੇ ਤੇ ਇਸ ਦੁਸ਼ਮਣ ਨੂੰ ਬਹੁਤਾ ਕਸ਼ਟ ਦਿੱਤਾ ਸਿੰਘਾਂ ਨੇ। ਮਹੀ ਮਾਰ ਅਟਕ ਉਤਾਰਾ। ਤਾਂ ਇਸ ਤਰ੍ਹਾਂ ਇਹਨੂੰ ਮਾਰਦਿਆਂ ਹੋਇਆਂ ਅਟਕ ਤੋਂ ਪਾਰ ਕਰ ਦਿੱਤਾ। ਸ੍ਰੀ ਅੰਮ੍ਰਿਤਸਰ ਬਾਬਲ ਉਸਾਰਾ। ਇਸ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸੀ। ਬਰੂਦ ਨੀਹਾਂ ਵਿੱਚ ਭਰ ਕਰਕੇ ਦਰਬਾਰ ਸਾਹਿਬ ਦਾ ਨੁਕਸਾਨ ਕੀਤਾ ਸੀ ਤੇ ਸਰੋਵਰ ਸਾਹਿਬ ਨੂੰ ਮਿੱਟੀ ਨਾਲ ਪੂਰਿਆ ਸੀ। ਤੇ ਉਹ ਸਿੰਘਾਂ ਨੇ ਇਹ ਛੇਤੀ ਹੀ ਇਹਦੀ ਕੀਤੀ ਦਾ ਫਲ ਇਹਨੂੰ ਭੁਗਤਾ ਦਿੱਤਾ ਸੀ। ਜਦੋਂ ਇਹਨੂੰ ਅਟਕ ਤੋਂ ਪਾਰ ਕਰ ਦਿੱਤਾ, ਬਾਅਦ ਵਿੱਚ ਕੁਝ ਸਮੇਂ ਬਾਅਦ ਇਹ ਮਰ ਗਿਆ ਸੀ। ਅਹਿਮਦ ਸ਼ਾਹ ਅਬਦਾਲੀ ਇਹਦੇ ਨੱਕ ਤੇ ਇੱਟ ਵੱਜੀ ਸੀ ਨਾ ਦਰਬਾਰ ਸਾਹਿਬ ਦੇ ਬਰੂਦ ਨੂੰ, ਜਿਸ ਵੇਲੇ ਬਰੂਦ ਭਰ ਕੇ ਤੇ ਉਡਾ ਰਿਹਾ ਸੀ ਤੇ ਇੱਕ ਇੱਟ ਇਹਦੀਆਂ ਨਾਸਾਂ ਤੇ ਵੱਜੀ ਸੀ ਅਹਿਮਦ ਸ਼ਾਹ ਅਬਦਾਲੀ ਦੇ। ਤਾਂ ਉਹੀ ਕਾਰਨ ਬਣਿਆ ਸੀ ਫਿਰ ਬਾਅਦ ਵਿੱਚ ਇਹ ਮਾਰਿਆ ਗਿਆ। ਔਰ ਇਹਨੇ ਪੁੱਛਿਆ ਵੀ ਸੀ ਉੱਧਰ ਜਾ ਕਰਕੇ ਆਪਣੇ ਇਲਾਕੇ 'ਚ, ਕਹਿੰਦਾ ਕਿ ਹੋਰ ਤਾਂ ਮੇਰੇ ਸਾਹਮਣੇ ਕੋਈ ਅੜਿਆ ਨਹੀਂ। ਇਹ ਕੌਣ ਲੋਕ ਵਾ, ਕਿਹੜੀ ਕੌਮ ਆ ਜਿਹੜੀ ਮੇਰੀ ਫੌਜ ਦੇ ਉੱਤੇ ਆ ਕੇ ਮੈਂ ਸਾਰੇ ਹਿੰਦੁਸਤਾਨ ਨੂੰ ਲੁੱਟ ਲਿਆ ਤੇ ਮੈਨੂੰ ਕਿਹਨੇ ਲੁੱਟ ਲਿਆ? ਕਹਿੰਦੇ ਵੀ ਇਹ ਸਿੰਘ ਵਾ। ਫਿਰ ਇਹਨੇ ਆਖਿਆ ਸੀ ਉਹ ਸਿੰਘ ਕਿਸ ਤਰ੍ਹਾਂ ਦੇ ਹੁੰਦੇ ਆ? ਕਹਿੰਦੇ ਕਿ ਸਿੰਘ ਦੱਸਦੇ ਨੇ। ਫਿਰ ਕਹਿੰਦੇ ਮਰਾਸੀਆਂ ਨੇ ਨਕਲ ਲਾ ਕੇ ਦੱਸੀ ਸੀ ਉਸ ਮੌਕੇ।
ਤੇ ਉਹਨਾਂ ਨੇ ਵੀ ਨਕਲ ਕਰਦੇ ਹੀ ਇਹਦੇ ਕਿੰਨੇ ਜਿਹੜੇ ਸਿਪਾਹੀ ਸੀ ਨਾ ਉਹ ਝਟਕਾ ਦਿੱਤੇ ਸੀ। ਉਹ ਕਹਿੰਦੇ ਵੀ ਇਹ ਚੰਗੀ ਨਕਲ ਲਾਈ, ਮੇਰੇ ਕਿੰਨੇ ਸਿਪਾਹੀ ਮਾਰ ਦਿੱਤੇ। ਉਹ ਕਹਿੰਦੇ ਬਾਕੀ ਸਾਰਾ ਕੁਝ ਨਕਲੀ ਕੀਤਾ ਸੀ, ਜਿਹੜੀ ਅਰਦਾਸ ਕੀਤੀ ਉਹਦੇ 'ਚ ਕਲਾ ਵਰਤ ਗਈ ਹੈ, ਅਰਦਾਸ ਅਸਲੀ ਹੋ ਗਈ, ਇਸ ਕਰਕੇ ਸਾਡੇ ਵਿੱਚ ਵੀ ਸਿੰਘ ਪੁਣਾ ਆ ਗਿਆ। ਤੇ ਕਹਿੰਦਾ ਵੀ ਜਿਨ੍ਹਾਂ ਦੀ ਨਕਲ ਲਾਉਣ ਵਾਲੇ ਇੰਨੇ ਬਲੀ ਆ ਤੇ ਉਹ ਕਿੰਨੇ ਬਲੀ ਬਹਾਦਰ ਹੋਣਗੇ। ਸੋ ਸਾਡੇ ਵੱਡੇ ਵਡੇਰੇ ਜਿਹੜੇ ਬਾਣੀ ਬਾਣੇ ਵਿੱਚ ਤਿਆਰ ਬਰ ਤਿਆਰ ਸੀ, ਰਹਿਤ ਵਿੱਚ ਤਿਆਰ ਬਰ ਤਿਆਰ ਸੀ, ਸੇਵਾ ਸਿਮਰਨ ਕਰਨ ਵਾਲੇ ਸੀ, ਉਹ ਇੰਨੇ ਬਲੀ ਬਹਾਦਰ ਸੀ ਸਾਧ ਸੰਗਤ। ਤਾਂ ਇਸ ਨੂੰ ਅਟਕ ਤੋਂ ਪਾਰ ਕੀਤਾ। ਉਸ ਤੋਂ ਬਾਅਦ ਫਿਰ ਸਿੱਖ ਸਰਦਾਰਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਉਸਾਰੀ ਕੀਤੀ। ਮ੍ਰਿਤਕਾ ਕਾਰਜ ਸਾਲਨ ਡਾਲੇ। ਤੇ ਫਿਰ ਇਹਨੇ ਜੋ ਦਰਬਾਰ ਸਾਹਿਬ ਦਾ ਪਵਿੱਤਰ ਅੰਮ੍ਰਿਤ ਸਰੋਵਰ ਮਿੱਟੀ ਨਾਲ ਪੂਰ ਦਿੱਤਾ ਸੀ ਤੇ ਸਿੰਘਾਂ ਸਰਦਾਰਾਂ ਨੇ ਫਿਰ ਸੇਵਾ ਲਾਈ। ਤੇ ਸਿੰਘਾਂ ਸਰਦਾਰਾਂ ਨੇ ਆਪਣੇ ਕੀਮਤੀ ਦੁਸ਼ਾਲਿਆਂ ਦੇ ਵਿੱਚ ਵੀ ਦਰਬਾਰ ਸਾਹਿਬ ਦੀ ਸੇਵਾ ਕਰਦੇ ਹੋਇਆਂ ਮਿੱਟੀ ਪਾ ਪਾ ਕੇ ਸੇਵਾ ਬਾਹਰ ਕੱਢੀ, ਕਾਰ ਬਾਹਰ ਕੱਢੀ। ਕਿਉਂਕਿ ਜਦੋਂ ਵੀ ਦਰਬਾਰ ਸਾਹਿਬ ਦੀ ਸੇਵਾ ਹੁੰਦੀ ਹੈ, ਆ ਪਿਛਲੇ ਸਮੇਂ 'ਚ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰ ਕੱਢੀ ਗਈ ਸੀ, ਸੇਵਾ ਹੋਈ ਸੀ ਕਾਰ ਸੇਵਾ। ਤਾਂ ਉਸ ਮੌਕੇ ਦੇ ਉੱਤੇ ਸੰਗਤਾਂ ਆਪਣੇ ਬਸਰਾਂ ਦੇ ਵਿੱਚ ਹੀ ਜਿਹਨੂੰ ਸਵਾਇਆ ਵੀ ਮਿੱਟੀ ਮਿਲ ਜਾਂਦੀ ਸੀ, ਉਹ ਵਿੱਚੋਂ ਲੈ ਕੇ ਆਪਣੇ ਘਰਾਂ ਨੂੰ ਹੀ ਲੈ ਆਏ ਅਸੀਂ। ਉਸ ਮੌਕੇ ਦੇ ਉੱਤੇ ਕਿਸੇ ਨੂੰ ਕੜਾਈਆ ਮਿਲਿਆ, ਕਿਸੇ ਨੂੰ ਟੋਕਰੀ ਮਿਲੀ, ਕਿਸੇ ਨੂੰ ਨਹੀਂ ਵੀ ਮਿਲੀ ਸੀ, ਉਹਨਾਂ ਨੇ ਆਪਣੇ ਬਸਤਰਾਂ ਦੇ ਵਿੱਚ ਹੀ ਝੋਲੀਆਂ 'ਚ ਪਾ ਕੇ ਹੀ ਸੇਵਾ ਲੈ ਆਉਂਦੀ ਸੀ, ਇੰਨੇ ਪਿਆਰ ਦੇ ਨਾਲ। ਇੱਥੇ ਜੇਕਰ ਆਉਂਦਾ ਵੀ ਉਸ ਮੌਕੇ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਬੇਅਦਬੀ ਕੀਤੀ ਸੀ ਨਾ, ਤੇ ਸਿੰਘਾਂ ਸਰਦਾਰਾਂ ਨੇ ਦੁਸ਼ਾਲਨ ਆਪਣੇ ਦੁਸ਼ਾਲਿਆਂ ਦੇ ਵਿੱਚ ਹੀ ਮਿੱਟੀ ਪਾ ਪਾ ਕੇ ਕੱਢਣ ਲੱਗ ਪਏ ਸਨ। ਗੁਰੂ ਨੀਵ ਤੇ ਉਸਾਲੇ। ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਇਹ ਸਿੱਖ ਸਰਦਾਰ ਸੀ ਉਸ ਮੌਕੇ ਤੇ ਫਿਰ ਸਾਰੀ ਮਾਇਆ ਇਕੱਠੀ ਕੀਤੀ ਸੀ। ਤੇ ਕਹਿੰਦੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ, ਉਹਨਾਂ ਨੇ ਇਕੱਲਿਆਂ ਨੇ 8 ਲੱਖ ਰੁਪਈਆ ਸੇਵਾ 'ਚ ਭੇਟ ਕੀਤਾ ਸੀ। ਬਾਕੀ ਸਾਰੇ ਸਰਦਾਰਾਂ ਨੇ ਵੀ ਕੀਤਾ ਸੀ, ਪਰ ਉਹਨਾਂ ਇਕੱਲਿਆਂ ਨੇ 8 ਲੱਖ ਰੁਪਈਆ ਦਿੱਤਾ ਸੀ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ। ਤਾਂ ਇਸ ਤਰੀਕੇ ਦੇ ਨਾਲ ਫਿਰ ਜਿਹੜੀ ਥੱਲੇ ਨੀਂਹ ਸੀ ਨਾ, ਨੀਂਹ ਤਾਂ ਉਹੀ ਸੀ ਜਿਹੜੀ ਪੰਜਵੇਂ ਪਾਤਸ਼ਾਹ ਨੇ ਰੱਖੀ, ਉਸੇ ਨੀਂਹ ਦੇ ਉੱਤੋਂ ਫਿਰ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਗਈ। ਮਹਾ ਪ੍ਰੇਮ ਤੇ ਤਾਲ ਬਣਾਇਓ। ਬੜੇ ਪ੍ਰੇਮ ਦੇ ਨਾਲ ਤਾਲ ਬਣਾਇਆ ਗਿਆ। ਹਰਮੰਦਰ ਸੁੰਦਰ ਉਸਰਾਇਓ। ਸ੍ਰੀ ਹਰਮੰਦਰ ਸਾਹਿਬ ਦੀ ਸੋਹਣੀ ਇਮਾਰਤ ਉਸਾਰੀ ਗਈ। ਗੁਰ ਮਰਿਆਦਾ ਤੇ ਵਾਕ ਨਾ ਘਾਟ। ਜਿਹੜੀ ਮਰਿਆਦਾ, ਕਿਉਂਕਿ ਅਨੇਕਾਂ ਵਾਰੀ ਦਰਸ਼ਨ ਕੀਤੇ ਸਿੰਘਾਂ ਸਰਦਾਰਾਂ ਨੇ ਦਰਬਾਰ ਸਾਹਿਬ ਦੇ, ਕੱਲਾ ਕੱਲਾ ਨਕਸ਼ਾ ਹਿਰਦੇ 'ਚ ਉਕਰਿਆ ਪਿਆ ਸੀ, ਕਿੱਥੇ ਕਿਹੜੀ ਬੁਰਜੀ, ਕਿੱਥੇ ਕਿਹੜਾ ਗੁੰਮਟ, ਕੀ ਕਿਸ ਤਰ੍ਹਾਂ ਦੀ ਉਸਾਰੀ ਹੈ। ਕਹਿੰਦੇ ਗੁਰੂ ਕੀ ਮਰਿਆਦਾ ਨਾਲੋਂ ਕੁਝ ਵੀ ਵੱਧ ਘੱਟ ਨਹੀਂ ਬਣਾਇਆ। ਜਿਸ ਤਰ੍ਹਾਂ ਜਿੰਨੀ ਉਸਾਰੀ ਪੰਜਵੇਂ ਪਾਤਸ਼ਾਹ ਨੇ ਕੀਤੀ ਸੀ, ਦੁਬਾਰਾ ਉਸਾਰੀ ਕੀਤੀ ਤੇ ਉਸੇ ਤਰ੍ਹਾਂ ਹੀ ਉਸੇ ਓਨੀ ਕੀਤੀ ਆ। ਉਹਦੇ ਨਾਲੋਂ ਕੁਝ ਘੱਟ ਨਹੀਂ, ਉਹਦੇ ਨਾਲੋਂ ਕੁਝ ਵੱਧ ਨਹੀਂ ਬਣਾਇਆ। ਪੂਰਬ ਸਮਹੀ ਕੀਨ ਠਾਟ। ਪਹਿਲਾਂ ਦੀ ਤਰ੍ਹਾਂ ਸਾਰੇ ਠਾਟ ਦਰਬਾਰ ਸਾਹਿਬ ਦੇ ਬਣਾਏ ਗਏ। ਅਬਲੋ ਦਸ ਲਖੇ ਤੇਰਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਨੇ ਦਰਸ਼ਨ ਕੀਤੇ ਫਿਰ ਦਰਬਾਰ ਸਾਹਿਬ ਦੇ। ਤੇ ਜਿਸ ਮੌਕੇ ਦੇ ਉੱਤੇ ਸੋਨਾ ਲੱਗਾ ਨਾ ਦਰਬਾਰ ਸਾਹਿਬ ਦੇ ਉੱਤੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਕਤ, ਉਸ ਵੇਲੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸੀ ਗਿਆਨੀ ਸੰਤ ਸਿੰਘ ਜੀ, ਤੇ ਉਹ ਭਾਈ ਸੰਤੋਖ ਸਿੰਘ ਜੀ ਦੇ ਸਾਧ ਸੰਗਤ ਜੀ ਉਸਤਾਦ ਹੋਏ। ਗਿਆਨੀ ਸੰਤ ਸਿੰਘ ਜੀ, ਉਹਨਾਂ ਤੋਂ ਇਹਨਾਂ ਨੇ ਵਿਦਿਆ ਪ੍ਰਾਪਤ ਕੀਤੀ, ਭਾਈ ਸੰਤੋਖ ਸਿੰਘ। ਤਾਂ ਇਹਨਾਂ ਨੇ ਸਾਰੇ ਦਰਸ਼ਨ ਕੀਤੇ ਦਰਬਾਰ ਸਾਹਿਬ ਦੇ। ਕਹਿੰਦੇ ਵੀ ਹੁਣ ਤੀਕ, ਜਦੋਂ ਇਤਿਹਾਸ ਲਿਖਿਆ ਉਦੋਂ ਦਾ ਜ਼ਿਕਰ ਕਰਦੇ ਆ ਵੀ ਐ ਸੋਹਣਾ ਬਹੁਤਾ ਦਰਸ਼ਨ ਹੁੰਦਾ ਹੈ ਦਰਬਾਰ ਸਾਹਿਬ ਦਾ। ਜਿਸ ਕੇ ਸਮ ਜਗ ਅਪਰਨਾ ਹੀਰਾ। ਜਿਸ ਦਰਬਾਰ ਸਾਹਿਬ ਦੇ ਬਰਾਬਰ ਸੰਸਾਰ ਵਿੱਚ ਹੋਰ ਕੋਈ ਸਥਾਨ ਨਹੀਂ ਵੇਖਿਆ ਜਾਂਦਾ। ਸੰਸਾਰ ਵਿੱਚ ਤਾਂ ਕੀ ਵੇਖਿਆ ਜਾਣਾ, ਕਰਤਾਰ ਦੀ ਸਾਰੀ ਰਚਨਾ ਵਿੱਚ ਦਰਬਾਰ ਸਾਹਿਬ ਵਰਗਾ ਹੋਰ ਕੋਈ ਸਥਾਨ ਨਹੀਂ ਹੈ। ਕਿਉਂਕਿ ਗੁਰੂ ਸਾਹਿਬ ਨੇ ਆਪ ਆਪਣੀ ਰਚਨਾ ਤੋਂ ਬਚਨ ਉਚਾਰਨ ਕੀਤੇ ਤੇ ਗੁਰਬਾਣੀ ਦੇ ਅੰਦਰ ਅੰਕਿਤ ਕੀਤੇ ਆ ਪੰਜਵੇਂ ਪਾਤਸ਼ਾਹ ਜੀ। ਜਿੱਥੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਕਿਉਂਕਿ ਇਹ ਵਿਧਾਤੇ ਨੇ ਆਪ ਬਣਾਇਆ, ਇਹ ਹਰੀ ਦਾ ਮੰਦਰ ਹੈ ਤੇ ਹਰੀ ਨੇ ਆਪ ਹੀ ਸਿਰਜਿਆ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਜਿੱਥੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ।
ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ। ਕਹਿੰਦੇ ਸਾਰੇ ਜਗਤ ਦੇ ਵਿੱਚ ਜਿਸ ਦਰਬਾਰ ਸਾਹਿਬ ਵਰਗਾ, ਸ੍ਰੀ ਹਰਿਮੰਦਰ ਸਾਹਿਬ ਵਰਗਾ ਕੋਈ ਸਥਾਨ ਹੋਰ ਨਹੀਂ ਵੇਖੀਦਾ ਹੈ। ਇੱਕ ਸਮੇਂ ਸਿੰਘ ਦਿੱਲੀ ਗਏ, ਇਸੇ ਤਰ੍ਹਾਂ ਇੱਕ ਸਮੇਂ ਫਿਰ ਸਿੰਘ ਸਰਦਾਰ ਦਿੱਲੀ ਵਿੱਚ ਗਏ। ਸਾਧ ਸੰਗ ਰਸ ਰਾਖਤ ਭਈ, ਜਦੋਂ ਦਿੱਲੀ ਫਤਿਹ ਕੀਤੀ ਸਿੰਘਾਂ ਨੇ ਤੇ ਉੱਥੋਂ ਦਾ ਜੋ ਬਾਦਸ਼ਾਹ ਸੀ ਉਹਦੇ ਨਾਲ ਇਹਨਾਂ ਨੇ ਸਿੰਘਾਂ ਨੇ ਫਿਰ ਰਸ ਰੱਖਿਆ, ਪ੍ਰੇਮ ਰੱਖਿਆ। ਗੁਰੂ ਨਵਮ ਫਲ ਖੋਜਨ ਕੀਨ, ਨੌਵੇਂ ਪਾਤਸ਼ਾਹ ਜੀ ਦੇ ਅਸਥਾਨਾਂ ਦੀ ਫਿਰ ਖੋਜ ਕਰਵਾਈ ਸਿੰਘਾਂ ਨੇ। ਚਿਨੀ ਦੇਨਗੇ ਦੁਸ਼ਟ ਮਸੀਤ, ਜਿੱਥੇ ਮਹਾਰਾਜ ਜੀ ਦੇ ਪਾਵਨ ਧੜ ਦਾ ਸੰਸਕਾਰ ਹੋਇਆ ਸੀ ਨਾ, ਉਸ ਸਥਾਨ ਦੀ ਸੇਵਾ ਦਸਮ ਪਾਤਸ਼ਾਹ ਨੇ ਆਪ ਕਰਵਾਈ ਸੀ। ਦਿੱਲੀ ਦੀਆਂ ਸੰਗਤਾਂ ਨੂੰ ਆਪਣੇ ਕੋਲੋਂ ਮਾਇਆ ਦੇ ਕੇ ਜਦੋਂ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਛੱਡ ਕੇ ਗਏ ਸਨ। ਬਾਅਦ ਵਿੱਚ ਜਦੋਂ ਪਾਲਕ ਪੁੱਤਰ ਅਜੀਤ ਸਿੰਘ ਨੇ ਇੱਕ ਬੇਨਵੇ ਨੂੰ ਮਾਰ ਦਿੱਤਾ ਸੀ, ਵੱਢ ਕੇ ਤੇ ਖੂਹ 'ਚ ਸੁਟਵਾ ਦਿੱਤਾ ਸੀ, ਤੇ ਉਹਦੇ ਤੋਂ ਬਾਅਦ ਜਿਸ ਵੇਲੇ ਅਜੀਤ ਸਿੰਘ ਨੂੰ ਫੌਜ ਨੇ ਮਾਰ ਦਿੱਤਾ, ਪਾਲਕ ਪੁੱਤਰ ਅਜੀਤ ਸਿੰਘ ਨੂੰ, ਤੇ ਬਾਅਦ ਵਿੱਚ ਉਹਨਾਂ ਬੇਨਵਿਆਂ ਨੇ ਬਾਦਸ਼ਾਹ ਦੇ ਨਾਲ ਮਿਲ ਕਰਕੇ ਤੇ ਮਹਾਰਾਜ ਦਾ ਸਥਾਨ ਢਾਹ ਦਿੱਤਾ ਨਾਵੇਂ ਪਾਤਸ਼ਾਹੀ ਦਾ, ਤੇ ਉੱਥੇ ਮਸੀਤ ਉਸਾਰ ਦਿੱਤੀ। ਮਾਤਾ ਸੁੰਦਰ ਕੌਰ ਜੀ ਨੇ ਆਖਿਆ ਸੀ ਵੀ ਜਿਸ ਵੇਲੇ ਸਾਡੇ ਸਿੱਖ ਸਰਦਾਰ ਜਾਣਗੇ ਉਸ ਮੌਕੇ ਤੇ ਇਹਨਾਂ ਸਥਾਨਾਂ ਦੀ ਸੇਵਾ ਕਰਵਾਉਣਗੇ ਆਪਾਂ। ਫਿਰ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਅਤੇ ਸਰਦਾਰ ਬਘੇਲ ਸਿੰਘ ਜੀ ਨੇ ਜਦੋਂ ਦਿੱਲੀ ਫਤਿਹ ਕੀਤੀ ਆ ਤਾਂ ਉਸ ਵੇਲੇ ਜਾ ਕਰਕੇ ਫਿਰ ਨਾਵੇਂ ਪਾਤਸ਼ਾਹ ਦੇ ਉਸ ਸਥਾਨ ਦੀ ਖੋਜ ਕਰਵਾਈ, ਜਿੱਥੇ ਮਹਾਰਾਜ ਦਾ ਸਥਾਨ ਸੰਸਕਾਰ ਵਾਲਾ ਥਾਂ ਢਾਹ ਕਰਕੇ ਉੱਥੇ ਮਸੀਤ ਬੇਨਵੇਂ ਦੁਸ਼ਟਾਂ ਨੇ ਬਣਾਈ ਸੀ। ਬੜੇ ਜੋਰ ਸੁਣ ਤਬ ਟਟਵਾਈ, ਉਸ ਵੇਲੇ ਬਾਦਸ਼ਾਹ ਨਾਲ ਸਾਰੀ ਗੱਲਬਾਤ ਕਰਕੇ ਵੱਡੇ ਜ਼ੋਰ ਦੇ ਨਾਲ ਸਰਦਾਰ ਬਘੇਲ ਸਿੰਘ ਜੀ ਨੇ ਉਹ ਮਸੀਤ ਜਿਹੜੀ ਸੀ ਉੱਥੋਂ ਢਾਹ ਕੇ ਪਾਸੇ ਕਰਾਈ। ਆਪਣੋ ਦੀਨੋ ਪਤਾ ਦਿਖਾਈ, ਤੇ ਆਖਿਆ ਇੱਥੋਂ ਪੁੱਟ ਕੇ ਵੇਖ ਲਓ, ਇੱਥੇ ਸਾਡੇ ਸਤਿਗੁਰੂ ਜੀ ਦੀਆਂ ਅਸਥੀਆਂ ਨਿਕਲਣਗੀਆਂ। ਉਸ ਵੇਲੇ ਟੋਆ ਪੁੱਟ ਕਰਕੇ ਤੇ ਪਤਾ ਦਿੱਤਾ ਸੀ ਸਾਰਾ। ਅਸਥੀ ਕੀ ਗਾਗਰ ਦੋਏ ਭਰੀ, ਦੋ ਚਾਂਦੀ ਦੀਆਂ ਗਾਗਰਾਂ ਨਿਕਲੀਆਂ ਸੀ ਸਾਧ ਸੰਗਤ ਜੀ। ਫਿਰ ਉੱਥੋਂ ਨਾਵੇਂ ਪਾਤਸ਼ਾਹੀ ਦੀਆਂ ਅਸਥੀਆਂ, ਜਿਸ ਥਾਂ ਦੇ ਉੱਤੇ ਲੱਖੀ ਸ਼ਾਹ ਵਣਜਾਰੇ ਨੇ ਉਹ ਸੇਵਾ ਕੀਤੀ ਸੀ ਮਹਾਰਾਜ ਦੇ ਧੜ ਦੇ ਸੰਸਕਾਰ ਦੀ, ਤੇ ਚਾਂਦੀ ਦੀਆਂ ਗਾਗਰਾਂ ਵਿੱਚ ਅਸਥੀਆਂ ਪਾ ਕੇ ਦੋ ਗਾਗਰਾਂ ਉੱਥੇ ਥੱਲੇ ਡੂੰਘਾ ਟੋਆ ਪੁੱਟ ਕੇ ਨੱਪੀਆਂ ਸੀ। ਜਦੋਂ ਸਰਦਾਰ ਬਘੇਲ ਸਿੰਘ ਜੀ ਹੁਣਾਂ ਨੇ ਫਿਰ ਉੱਥੋਂ ਟੋਆ ਪਟਾ ਕਰਕੇ ਕਢਾਈਆਂ ਤੇ ਦੋ ਗਾਗਰਾਂ ਵਿੱਚੋਂ ਪ੍ਰਗਟ ਹੋਈਆਂ ਸਨ। ਸੋ ਨਿਕਸਾਇ ਦਿਖਾਵਨ ਕਰੀ, ਉਹ ਕੱਢ ਕਰਕੇ ਉਹਨਾਂ ਬੇਨਵਿਆਂ ਦੁਸ਼ਟਾਂ ਨੂੰ ਵੀ ਵਿਖਾਈਆਂ ਤੇ ਮੌਕੇ ਦੇ ਬਾਦਸ਼ਾਹ ਨੂੰ ਵੀ ਵਿਖਾਈ। ਝੂਠੋ ਭਇਓ ਬੇਨਵਾ ਜਗੈ, ਉਹ ਬੇਨਵਾ ਝੂਠਾ ਹੋ ਗਿਆ ਉਸ ਵੇਲੇ। ਸਭਨ ਕਪੀਤ ਧਰੀ ਗੁਰ ਤੇ ਤਵੈ, ਸਾਰਿਆਂ ਨੇ ਫਿਰ ਭਰੋਸਾ ਕੀਤਾ ਵੀ ਇਹ ਨਾਵੇਂ ਪਾਤਸ਼ਾਹ ਜੀ ਦਾ ਹੀ ਪਵਿੱਤਰ ਅਸਥਾਨ ਹੈ। ਰੁਬਰੂ ਦੇਵਰਾ ਗਰਜ ਨਵਾਇਓ, ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਫਿਰ ਦੇਵਰਾ ਸ੍ਰੇਸ਼ਟ ਚਿਣਵਾਇਆ ਉੱਥੇ ਸਿੰਘਾਂ ਸਰਦਾਰਾਂ ਨੇ। ਅਬ ਲੋ ਜਾਹਰ ਖਰੋ ਦਿਖਾਇਓ, ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਉਹ ਸਿੰਘਾਂ ਦੀ ਕਰਾਈ ਹੋਈ ਸੇਵਾ ਹੁਣ ਤੀਕ ਪ੍ਰਤੱਖ ਸਥਾਨ ਹੈ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ। ਇਸੇ ਤਰ੍ਹਾਂ ਬਾਕੀ ਦੇ ਸਾਰੇ ਅਸਥਾਨ ਵੀ ਬਣਾਏ, ਗੁਰਦੁਆਰਾ ਸੀਸਗੰਜ ਸਾਹਿਬ ਆਦਿਕ, ਬਾਲਾ ਸਾਹਿਬ ਆਦਿਕ। ਬੀਚ ਬਾਜ਼ਾਰ ਥਾਨ ਪਹਿਲੀਨ, ਬਾਜ਼ਾਰ ਦੇ ਵਿੱਚ ਕਹਿੰਦੇ ਅਸਥਾਨ ਉਹ ਲੈ ਲਿਆ ਗੁਰੂ ਬੈਠ ਗਏ ਕਾਰਨ, ਜਿੱਥੇ ਸਤਿਗੁਰੂ ਜੀ ਨੇ ਬੈਠ ਕਰਕੇ ਮਹਾਰਾਜ ਨੇ ਕਾਰਨ ਕੀਤਾ ਜੋਤੀ ਜੋਤ ਸਮਾਉਣ ਦਾ ਸਾਕਾ ਵਰਤਾਇਆ, ਉਹ ਅਸਥਾਨ ਵੀ ਪ੍ਰਗਟ ਕੀਤਾ। ਇਨ ਤੇ ਆਦ ਅਪਰ ਥਲ ਗੁਰ ਜੀ, ਇਹਨਾਂ ਤੋਂ ਆਦਿਕ ਹੋਰ ਵੀ ਬਾਕੀ ਜਿੰਨੇ ਅਸਥਾਨ ਗੁਰੂ ਸਾਹਿਬ ਜੀ ਦੇ ਜਾਹਰ ਕਰੇ ਤੇ ਜੋ ਤੁਰ ਕੇ, ਜਿਹੜੇ ਧੁਰ ਤੋਂ ਹੀ ਮਹਾਰਾਜ ਸਾਹਿਬ ਦੇ ਅਸਥਾਨ ਸੀ ਉਹ ਸਾਰੇ ਅਸਥਾਨ, ਅੱਠਵੇਂ ਪਾਤਸ਼ਾਹ ਜੀ ਦੇ ਅਸਥਾਨ, ਨਾਵੇਂ ਪਾਤਸ਼ਾਹੀ ਦੇ ਅਸਥਾਨ, ਉਹ ਸਾਰੇ ਅਸਥਾਨਾਂ ਦੀ ਸੇਵਾ ਫਿਰ ਸਰਦਾਰ ਬਘੇਲ ਸਿੰਘ ਆਦਿਕ ਸਿੰਘਾਂ ਨੇ ਕਰਵਾਈ। ਦੋਹਰਾ ਸ੍ਰੀ ਅਨੰਦਪੁਰ ਜਿਨ ਬਸਿਓ, ਸਰੋਤਾ ਸੋ ਪ੍ਰਸੰਗ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਆਨੰਦਪੁਰ ਸਾਹਿਬ ਦਾ ਵੀ ਪ੍ਰਸੰਗ ਸੁਣ ਲਓ। ਸਰੋਤਾ ਜਣੋ, ਗੁਰੂ ਕੇ ਇਤਿਹਾਸ ਦੀ ਕਥਾ ਸਰਵਣ ਕਰਨ ਵਾਲੇ ਗੁਰਮੁਖ ਪਿਆਰਿਓ, ਜਿਵੇਂ ਫਿਰ ਦੁਬਾਰਾ ਸ੍ਰੀ ਅਨੰਦਪੁਰ ਸਾਹਿਬ ਵਸਿਆ ਉਹ ਪ੍ਰਸੰਗ ਸੁਣੋ। ਬਾਲ ਬੈਸ ਦਸਵੇਂ ਗੁਰੂ ਬਾਪ ਇਹੋ ਜਿਸ ਢੰਗ, ਜਿਵੇਂ ਨਾਵੇਂ ਪਾਤਸ਼ਾਹ ਜੀ ਨੇ ਪਹਿਲਾਂ ਅਨੰਦਪੁਰ ਸਾਹਿਬ ਵਸਾਇਆ ਨਾ, ਇਹ ਜ਼ਮੀਨ ਮੁੱਲ ਖਰੀਦ ਕਰਕੇ ਨਗਰ ਵਸਾਇਆ ਤੇ ਆਪਣੇ ਮਾਤਾ ਜੀ ਦੇ ਨਾਮ ਉੱਤੇ ਨਾਮ ਰੱਖਿਆ ਚੱਕ ਨਾਨਕੀ, ਬਾਅਦ ਵਿੱਚ ਇਹਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਰੱਖਿਆ। ਫਿਰ ਅਨੰਦਪੁਰ ਸਾਹਿਬ ਤੋਂ ਪੱਤਰਿਕਾ ਭੇਜ ਕੇ ਤੇ ਸ੍ਰੀ ਪਟਨਾ ਸਾਹਿਬ ਤੋਂ ਆਪਣੇ ਪਰਿਵਾਰ ਨੂੰ ਸੱਦਿਆ, ਆਪਣੇ ਮਹਿਲਾ ਨੂੰ, ਮਾਤਾ ਗੁਜਰੀ ਜੀ ਨੂੰ, ਆਪਣੇ ਪੂਜਨੀਕ ਮਾਤਾ ਜੀ ਨੂੰ, ਸ੍ਰੀ ਮਾਤਾ ਨਾਨਕੀ ਜੀ ਨੂੰ,
ਔਰ ਆਪਣੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਬੁਲਾਇਆ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੋਂ। ਤਾਂ ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਜੀ ਫਿਰ ਇੱਥੇ ਆਏ ਅਨੰਦਪੁਰ ਸਾਹਿਬ ਦੇ ਵਿੱਚ ਤੇ ਬਾਲ ਲੀਲਾ ਕੀਤੀ। ਚੌਰ ਗਈ ਸ਼ੀਤਨ ਸੰਗ ਫਿਰੇ ਬਹੁ ਬਾਲਕ। ਤੇ 10ਮ ਪਾਤਸ਼ਾਹ ਮਹਾਰਾਜ ਬਚਪਨ ਦੇ ਵਿੱਚ ਹੀ ਇੱਥੇ ਆਏ ਅਨੰਦਪੁਰ ਸਾਹਿਬ ਦੀ ਧਰਤੀ ਤੇ। ਪੌਣੇ 9 ਸਾਲ ਦੀ ਤਾਂ ਉਮਰ ਸੀ ਉਸ ਮੌਕੇ ਤੇ ਮਹਾਰਾਜ ਸਾਹਿਬ ਜੀ ਦੀ, ਜਦੋਂ 9ਵੇਂ ਪਾਤਸ਼ਾਹ ਜੀ ਨੇ ਸਾਕਾ ਵਰਤਾ ਦਿੱਤਾ ਸ਼ਹਾਦਤ ਦਾ। ਪੌਣੇ 9 ਸਾਲ ਦੀ ਉਮਰ 10ਮ ਪਾਤਸ਼ਾਹ ਜੀ ਦੀ। ਤਾਂ ਇੱਥੇ ਬਚਪਨ ਵਿੱਚ ਪਿਤਾ ਜੀ ਦੇ ਪਾਸ ਕੁਝ ਸਮਾਂ ਹੀ ਮਹਾਰਾਜ ਸਾਹਿਬ ਰਹੇ। ਤਾਂ ਉਸ ਮੌਕੇ ਤੇ ਮਹਾਰਾਜ ਨੇ ਹਾਣੀਆਂ ਨੂੰ ਨਾਲ ਲੈ ਕਰਕੇ ਤੇ ਸਤਲੁਜ ਦਰਿਆ ਦੇ ਵਿੱਚ ਖੇਡਣ ਵਾਸਤੇ ਮਹਾਰਾਜ ਨੇ ਕੌਤਕ ਕਰਨ ਵਾਸਤੇ ਚਲੇ ਜਾਣਾ। ਤੇ ਜਿਸ ਵੇਲੇ ਸਤਲੁਜ ਦਰਿਆ ਵਿੱਚ ਗਏ ਤੇ 2 ਜਥੇ ਬਣਾ ਲੈਂਦੇ ਆ ਮਹਾਰਾਜ ਸਾਹਿਬ ਜੀ ਖੇਡਣ ਵਾਸਤੇ। ਇੱਕ ਪਾਸੇ ਸਤਿਗੁਰੂ ਜੀ ਦੇ ਸਤਿਕਾਰਯੋਗ ਤਾਇਆ ਜੀ ਬਾਬਾ ਸੂਰਜਮਲ ਜੀ, ਉਹਨਾਂ ਦੇ ਪੋਤਰੇ ਆ 2, ਗੁਲਾਬ ਰਾਏ ਜੀ ਤੇ ਸ਼ਿਆਮ ਰਾਏ ਜੀ, ਉਹ ਵੀ ਖੇਡਦੇ ਆ ਨਾਲ। ਇੱਕ ਪਾਸੇ 10ਮ ਪਾਤਸ਼ਾਹ ਮਹਾਰਾਜ ਆਪ, ਉਹ ਹਾਣੀ ਆ ਮਹਾਰਾਜ ਸਾਹਿਬ ਜੀ ਦੇ। ਤੇ ਕੁਝ ਬੱਚੇ ਮਹਾਰਾਜ ਆਪਣੇ ਨਾਲ ਲੈ ਲੈਂਦੇ ਆ ਤੇ ਕੁਝ ਉਹਨਾਂ ਦੇ ਨਾਲ ਤਾਇਆ ਜੀ ਦੇ ਪੋਤਰਿਆਂ ਦੇ ਨਾਲ। ਤੇ ਸਤਲੁਜ ਦੇ ਵਿੱਚ ਖਲੋ ਕਰਕੇ ਸ਼ੀਟਾਂ ਸੰਗ ਘੇਰੇ ਬਹੁ ਬਾਲਕ, ਕਹਿੰਦੇ ਆਪਾਂ ਇੱਕ ਦੂਜੇ ਉੱਤੇ ਛਿੱਟਾਂ ਪਾਉਣੀਆਂ, ਬੁੱਕ ਭਰ ਭਰ ਕੇ ਪਾਣੀ ਝਲਟਣਾ ਵੀ ਕਿਹੜਾ ਠਹਿਰਦਾ ਸਾਹਮਣੇ ਤੇ ਕਿਹੜਾ ਭੱਜਦਾ ਵਾ, ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ। ਇਸ ਤਰ੍ਹਾਂ ਦੀ ਖੇਡ ਖੇਡਦੇ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਭਾਗ ਗੁਲਾਬ ਰਾਏ ਤਤਕਾਲਕ। ਤਾਂ ਕਹਿੰਦੇ ਕਿ ਉਸ ਮੌਕੇ ਤੇ ਮਹਾਰਾਜ ਦੇ ਸਾਹਮਣੇ ਗੁਲਾਬ ਰਾਏ, ਉਹ ਮਹਾਰਾਜ ਤੇ ਪਾਣੀ ਸੁੱਟਦਾ ਵਾ ਗੁਲਾਬ ਰਾਏ, ਬਾਬਾ ਸੂਰਜਮਲ ਜੀ ਦਾ ਪੋਤਰਾ। ਤੇ 10ਮ ਪਾਤਸ਼ਾਹ ਬੁੱਕ ਭਰ ਭਰ ਕੇ ਗੁਲਾਬ ਰਾਏ ਦੇ ਉੱਤੇ ਸੁੱਟਦੇ ਆ। ਪਰ ਮਹਾਰਾਜ ਨੇ ਐਸੀ ਵਰਖਾ ਕੀਤੀ, ਪਾਣੀ ਦੀ ਐਸੇ ਬੁੱਕ ਭਰ ਭਰ ਸੁੱਟੇ ਚਿਹਰੇ ਦੇ ਉੱਤੇ। ਜਦੋਂ ਪਾਣੀ ਬਹੁਤਾ ਪਿਆ ਤੇ ਗੁਲਾਬ ਰਾਏ ਦਰਿਆ ਚੋਂ ਬਾਹਰ ਨਿਕਲ ਕੇ ਭੱਜ ਗਿਆ। ਲੈ ਪਗਿਆ ਗੁਰ ਕੀ ਸਿਰ ਧਰੀ। ਤੇ ਉਸ ਵੇਲੇ ਫਿਰ ਭੱਜਦੇ ਆ ਜਿੱਥੇ ਬਾਹਰ ਦਸਤਾਰਾਂ ਲਾ ਕੇ ਰੱਖੀਆਂ ਸੀ ਨਾ, ਤਾਂ ਗੁਰੂ ਸਾਹਿਬ ਜੀ ਮਹਾਰਾਜ ਦੀ ਮੌਜ ਬਚਪਨ ਦੇ ਕੌਤਕ ਆ। ਉਸ ਵੇਲੇ ਸਾਰੇ ਹਾਣੀਆਂ ਨੇ ਆਪਣੀਆਂ ਪੱਗਾਂ ਲਾ ਕੇ ਉੱਥੇ ਰੱਖੀਆਂ ਸੀ। ਗੁਰੂ ਸਾਹਿਬ ਜੀ ਨੇ ਵੀ ਜਿਹੜੀ ਦਸਤਾਰ ਸੀ ਉਹ ਲਾ ਕੇ ਉੱਥੇ ਰੱਖੀ ਸੀ। ਛੋਟੀ ਕੇਸਕੀ ਮਹਾਰਾਜ ਸਾਹਿਬ ਜੀ ਨੇ ਸੀਸ ਤੇ ਸਜਾਈ ਸੀ। ਤੇ ਉਹ ਭੱਜੇ ਜਾਂਦੇ, ਗੁਲਾਬ ਰਾਏ ਨੇ ਬੰਨਣੀ ਤੇ ਆਪਣੀ ਪੱਗ ਸੀ ਨਾ, ਤੇ ਉਹ 10ਮ ਪਾਤਸ਼ਾਹ ਦੀ ਪੱਗ ਚੁੱਕ ਕੇ ਛੇਤੀ ਨਾਲ ਆਪਦੇ ਸਿਰ ਤੇ ਰੱਖ ਕੇ ਭੱਜ ਗਿਆ। ਗੁਲਾਬ ਰਾਏ ਮਹਾਰਾਜ ਸਾਹਿਬ ਜੀ ਦੀ ਦਸਤਾਰ ਲੈ ਕੇ ਭੱਜ ਗਿਆ। ਫਿਰੇ ਕਛੂ ਨੇ ਜਾਣੀ ਪਰੀ। ਕਹਿੰਦੇ ਵੀ ਕਿਉਂਕਿ ਭਾਜੜ ਪੈ ਗਈ, ਐਸੇ ਛਿੱਟਾਂ ਪਾਈਆਂ ਸੀ ਪਾਣੀ ਦੀਆਂ ਸਤਲੁਜ ਵਿੱਚ ਖਲੋ ਕੇ। ਤਾਂ ਭੱਜੇ ਜਾਂਦੇ ਨੂੰ ਉਹਨੂੰ ਪਤਾ ਹੀ ਨਾ ਲੱਗਾ, ਸੋਚੀ ਨਾ ਰਹੀ ਵੀ ਇਹ ਪੱਗ ਮੇਰੀ ਨਹੀਂ, ਇਹ ਤਾਂ 10ਮ ਪਾਤਸ਼ਾਹ ਜੀ ਦੀ ਹੈ। ਅਪਰ ਕਰਨ ਸੋ ਗਰਜਨ ਕਰਿਓ। ਬਾਕੀ ਜਿਹੜੇ ਹਾਣੀ ਨਾਲ ਖੇਡਦੇ ਸੀ ਉਹਨਾਂ ਨੇ ਆਵਾਜ਼ ਮਾਰੀ ਸੀ, ਗੁਲਾਬ ਰਾਏ ਧਿਆਨ ਨਾਲ ਪੱਗ ਆਪਣੀ ਲੈ ਕੇ ਜਾ, ਤੂੰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੱਗ ਲੈ ਕੇ ਭੱਜ ਗਿਆ ਹੈ, ਆਪਣੇ ਸਿਰ ਤੇ ਰੱਖ ਲਈ ਹੈ। ਸਤਿਗੁਰੂ ਨੇ ਸਤਿਗੁਰੂ ਨੇ ਹਰਿਓ। ਤੇ ਸਤਲੁਜ ਦੇ ਵਿੱਚ ਪਾਣੀ ਦੇ ਖਲੋਤੇ ਹੋਏ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਸਤਿਗੁਰਾਂ ਨੇ ਉੱਥੇ ਖਲੋਤੇ ਹੀ ਵੇਖ ਲਿਆ ਕਿ ਸਾਡੇ ਤਾਇਆ ਜੀ ਦਾ ਪੋਤਰਾ ਗੁਲਾਬ ਰਾਇਓ ਆਪਣੀ ਪੱਗ ਦੀ ਥਾਂ ਤੇ ਸਾਡੀ ਪੱਗ ਸਿਰ ਤੇ ਰੱਖ ਕੇ ਭੱਜ ਗਿਆ ਹੈ। ਕਹਿਓ ਰਹਿਣ ਦੇਵ ਕੋਈ ਅਸ ਸਮੇਂ। ਨਾਲ ਦੇ ਸਾਥੀਆਂ ਨੂੰ ਆਖਿਆ ਵੀ ਕੋਈ ਨਹੀਂ, ਹੁਣ ਜੇ ਇਹਨੇ ਪੱਗ ਸਾਡੀ ਆਪਣੇ ਸਿਰ ਤੇ ਰੱਖ ਲਈ ਹੈ ਨਾ, ਤੇ ਇਸ ਤਰ੍ਹਾਂ ਦਾ ਸਮਾਂ ਆਵੇਗਾ। ਗੁਰ ਕਾ ਪਾਗ ਅਰਥ ਹੈ ਤੁਮੇ। ਕਹਿਣ ਲੱਗੇ ਵੀ ਜੇ ਸਾਡੀ ਪੱਗ ਆਪਣੇ ਸਿਰ ਤੇ ਰੱਖਣ ਦਾ ਤੈਨੂੰ ਚਾਅ ਹੈ ਨਾ, ਉਤਸ਼ਾਹ ਹੈ, ਤੇ ਫਿਰ ਤੈਨੂੰ ਕੁਝ ਸਮੇਂ ਵਾਸਤੇ ਗੁਰਤਾ ਪਦਵੀ ਦੇ ਦਿਆਂਗੇ। ਕਿ ਇਸ ਤਰ੍ਹਾਂ ਦਾ ਸਮਾਂ ਆਵੇਗਾ ਕਿ ਕੋਈ ਸਮੇਂ ਵਾਸਤੇ ਤੂੰ ਗੁਰੂ ਬਣ ਕੇ ਆਪਣੀ ਪੂਜਾ ਕਰਾ ਲਵੇਂਗਾ। ਇਹ ਬਚ ਸਾਚ ਹੋਇਓ ਕਹਿ ਜਾਂਦੇ। ਇਹ ਜਿਹੜੇ ਬਚਨ ਸੁਭਾਵਿਕ ਬਚਪਨ ਦੇ ਮਹਾਰਾਜ ਦੇ ਮੁਖ ਤੋਂ ਨਿਕਲੇ ਸੀ, ਤੇ ਹੁਣ ਸੱਚੇ ਹੋਣਾ ਚਾਹੁੰਦੇ ਉਹ ਬਚਨ। ਜਦ ਅਨੰਦਪੁਰ ਤਿਆਗ ਤਿਆਗੇ। ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਅਨੰਦਪੁਰ ਸਾਹਿਬ ਛੱਡਿਆ, ਜਦੋਂ ਰੰਗਜੇਬ ਨੇ ਝੂਠੀਆਂ ਕਸਮਾਂ ਖਾਧੀਆਂ, ਕੁਰਾਨ ਦੀ ਕਸਮ ਖਾਧੀ ਆ, ਮੁਹੰਮਦ ਸਾਹਿਬ ਦੀ ਕਸਮ ਖਾਧੀ ਆ, ਤੋ ਇਸੇ ਪ੍ਰਕਾਰ 22 ਧਾਰ ਦੇ ਰਾਜਿਆਂ ਨੇ ਗਊ ਦੀ ਕਸਮ ਖਾਧੀ ਹੈ, ਠਾਕੁਰ ਦੀ ਕਸਮ ਖਾਧੀ। ਉਸ ਮੌਕੇ ਤੇ ਜਦੋਂ ਮਹਾਰਾਜ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਛੱਡਣ ਲੱਗੇ, ਸ਼ਿਆਮ ਸਿੰਘ ਅਰ ਰਾਏ ਗੁਲਾਬ। ਉਸ ਵੇਲੇ ਫਿਰ ਇਹ ਸ਼ਿਆਮ ਰਾਏ ਤੋਂ ਫਿਰ ਇਹ ਅੰਮ੍ਰਿਤ ਛਕ ਕੇ ਸ਼ਿਆਮ ਸਿੰਘ ਬਣ ਗਿਆ। ਤੇ ਗੁਲਾਬ ਰਾਏ ਦੂਸਰੇ ਭਰਾ ਦਾ ਨਾਮ ਸੀ, ਉਹ ਗੁਲਾਬ ਰਾਏ ਤੋਂ ਗੁਲਾਬ ਸਿੰਘ ਬਣਿਆ ਸੀ, ਤੇ ਨਾਮ ਉਹੀ ਚੱਲੇ ਆਉਂਦੇ ਆ। ਤਾਂ ਕਹਿੰਦੇ ਕਿ ਸ਼ਿਆਮ ਸਿੰਘ ਤੇ ਗੁਲਾਬ ਰਾਏ ਜੋ ਦੋਵੇਂ ਭਰਾ ਹਨ, ਉਤੇ ਸੰਗ ਪਾਚਰ ਅਜਾਬ। ਜਦੋਂ ਅਨੰਦਪੁਰ ਸਾਹਿਬ ਦਾ ਲੌਕਿਕ ਜੰਗ ਹੋਇਆ ਨਾ,
ਉਸ ਮੌਕੇ ਇਹ ਮਹਾਰਾਜ ਦੇ ਨਾਲ ਸਨ ਆਨੰਦਪੁਰ ਸਾਹਿਬ ਦੇ ਵਿੱਚ। ਇਨਕੀ ਦਿਸ਼ ਸ੍ਰੀ ਸਤਿਗੁਰ ਹੀਰਾ ਇਹਨਾਂ ਦੀ ਤਰਫ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੱਕਿਆ ਲਿਖਿਓ ਹੁਕਮਨਾਮਾ ਤਿਸ ਦੇਰਾ ਤੇ ਮਹਾਰਾਜ ਨੇ ਫਿਰ ਇਹਨਾਂ ਦੇ ਨਾਮ ਲਿਖ ਕਰਕੇ ਹੁਕਮਨਾਮਾ ਲਿਖਿਆ। ਨਾਹਨੇਸ਼ ਰਾਜੇ ਕੇ ਸਾਥ ਹੁਕਮਨਾਮਾ ਲਿਖਿਆ ਕਿਸ ਨੂੰ? ਨਾਹਨ ਦਾ ਜੋ ਰਾਜਾ ਹੈ ਨਾ, ਮੇਦਨੀ ਪ੍ਰਕਾਸ਼, ਉਹ ਸਤਿਗੁਰੂ ਜੀ ਦਾ ਸ਼ਰਧਾਲੂ ਸੀ। ਉਹਦੇ ਬੇਨਤੀ ਕਰਨ ਤੋਂ ਹੀ ਮਹਾਰਾਜ ਨਾਹਨ ਦੇਸ਼ ਵਿੱਚ ਗਏ ਸੀ ਤੇ ਪੌਂਟਾ ਸਾਹਿਬ ਨਗਰ ਵਸਾਇਆ ਸੀ ਉੱਥੇ ਸਤਿਗੁਰਾਂ ਗਰੀਬ ਨਵਾਜ ਸਾਹਿਬ ਜੀ ਨੇ। ਉਹ ਮੇਦਨੀ ਪ੍ਰਕਾਸ਼ ਆਪਣੇ ਸ਼ਰਧਾਲੂ ਰਾਜੇ ਨੂੰ ਮਹਾਰਾਜ ਨੇ ਹੁਕਮਨਾਮਾ ਲਿਖ ਕੇ ਭੇਜਿਆ। ਲਿਖ ਦਵੈ ਭਰਾਦ ਪਟੇ ਤਹਿਨਾਤ ਆਪਣੇ ਵੱਲੋਂ ਇਹਨਾਂ ਦੋਨਾਂ ਭਰਾਵਾਂ ਨੂੰ ਹੁਕਮਨਾਮਾ ਦੇ ਕੇ ਆਖਿਆ ਤੁਸੀਂ ਨਾਹਨ ਦੇਸ਼ ਚਲੇ ਜਾਓ ਤੇ ਉੱਥੇ ਜਾ ਕੇ ਸਾਡਾ ਨਾਮ ਲੈ ਕੇ ਤੇ ਸਾਡਾ ਹੁਕਮਨਾਮਾ ਮੇਦਨੀ ਪ੍ਰਕਾਸ਼ ਰਾਜੇ ਨੂੰ ਦੇ ਦਿਓ, ਤੁਹਾਨੂੰ ਉੱਥੇ ਰਹਿਣ ਵਾਸਤੇ ਥਾਂ ਦੇ ਦੇਵੇਗਾ। ਤੁਰਕਨ ਸੰਗ ਬਿਗਾੜ ਹਮਾਰੇ ਹੁਕਮਨਾਮੇ ਵਿੱਚ ਲਿਖਿਆ ਕਿ ਹੇ ਰਾਜਾ ਮੇਦਨੀ ਪ੍ਰਕਾਸ਼, ਔਰੰਗਜ਼ੇਬ ਨਾਲ 22 ਧਾਰ ਦੇ ਰਾਜਿਆਂ ਨਾਲ, ਇਹਨਾਂ ਤੁਰਕਾਂ ਨਾਲ ਸਾਡਾ ਵਿਗਾੜ ਪੈ ਗਿਆ। ਇਹ ਬਿਨਾਂ ਕਾਰਨ ਤੇ ਸਾਡੇ ਤੇ ਹਮਲਾਵਰ ਹੋ ਕੇ ਆ ਗਏ ਆਨੰਦਪੁਰ ਸਾਹਿਬ। ਰੱਖੋ ਰਾਤ ਨਿਜ ਦਿਖੈ ਸੁਖਾਰੇ ਤੇ ਇਹਨਾਂ ਨੂੰ ਗੁਲਾਬ ਰਾਏ ਨੂੰ ਤੇ ਸ਼ਿਆਮ ਰਾਏ ਨੂੰ, ਇਹਨਾਂ ਨੂੰ ਆਪਣੇ ਰਾਜ ਦੇ ਵਿੱਚ ਤੁਸੀਂ ਸੁਖ ਦੇ ਸਹਿਤ ਰੱਖਣਾ ਕਰੋ। ਲੇਕਰ ਦੋਨੋਂ ਭਰਾਤ ਸੁਧਾਰੇ ਉਹ ਹੁਕਮਨਾਮਾ ਲੈ ਕਰਕੇ ਦੋਵੇਂ ਭਰਾ ਚਲੇ ਗਏ ਔਰ ਸਗਲ ਆਪਣਾ ਪਰਿਵਾਰੇ ਬਾਕੀ ਦਾ ਆਪਣਾ ਸਾਰਾ ਪਰਿਵਾਰ ਵੀ ਲੈ ਗਏ। ਨਾਮੇਸ਼ ਕੇ ਤਿਗ ਜਗਰ ਗਏ ਜਦੋਂ ਮੇਦਨੀ ਪ੍ਰਕਾਸ਼ ਦੇ ਕੋਲੇ ਨਾਹਨ ਦੇਸ਼ ਦੇ ਵਿੱਚ ਚਲੇ ਗਏ ਦੋਵੇਂ ਭਰਾ, ਗਇਓ ਹੁਕਮਨਾਮਾ ਫਿਰ ਪਏ ਉੱਥੇ ਜਾ ਕੇ ਹੁਕਮਨਾਮਾ ਦਿੱਤਾ ਤੇ ਠਹਿਰੇ। ਦੇਖ ਭੂਪ ਪੜ ਕਰ ਅਗਲਾਵਨੇ ਰਾਜੇ ਮੇਦਨੀ ਪ੍ਰਕਾਸ਼ ਨੇ ਦਸਮ ਪਾਤਸ਼ਾਹ ਦਾ ਹੁਕਮਨਾਮਾ ਪੜ੍ਹਿਆ ਤੇ ਅਭਿਲਾਖਾ ਕੀਤੀ। ਗਿਰਵੀ ਗ੍ਰਾਮ ਨਾਮ ਦੇ ਰਾਖੇ ਗਿਰਵੀ ਨਾਮ ਦਾ ਇੱਕ ਪਿੰਡ ਦੇ ਦਿੱਤਾ ਇਹਨਾਂ ਦੋਨਾਂ ਭਰਾਵਾਂ ਨੂੰ। ਆਖਿਆ ਵੀ ਆਹ ਪਿੰਡ ਅੱਜ ਤੋਂ ਤੁਹਾਡਾ ਤੇ ਇਹਦੇ ਵਿੱਚ ਰਹੋ ਤੇ ਇਹ ਨਗਰ ਦਾ ਜੋ ਮਾਮਲਾ ਹੈ, ਜੋ ਆਮਦਨ ਹੈ ਤੁਸੀਂ ਲਓ ਤੇ ਆਪਣੀ ਤੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰੋ, ਪਾਲਣਾ ਕਰੋ। ਸਹਿਤ ਪਟਾਂਗ ਰਹੇ ਸੁਖ ਪਾਏ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਫਿਰ ਇਹ ਨਾਹਨ ਦੇਸ਼ ਦੇ ਵਿੱਚ ਗਿਰਵੀ ਨਾਮ ਦੇ ਪਿੰਡ ਵਿੱਚ ਰਹੇ ਦੋਵੇਂ ਭਰਾ, ਬਾਬਾ ਸੂਰਜਮਲ ਜੀ ਦੇ ਪੋਤਰੇ। ਉੱਥੇ ਪਰਿਵਾਰ ਸਮੇਤ ਰਹਿ ਕਰਕੇ ਸੁਖ ਪਾਇਆ। ਕਿਸੇ ਗ੍ਰਾਮ ਮਹਿ ਥਾਮ ਬਣਾਏ ਉੱਥੇ ਗਿਰਵੀ ਨਾਮ ਦੇ ਪਿੰਡ ਦੇ ਵਿੱਚ ਹੀ ਇਹਨਾਂ ਨੇ ਆਪਣੇ ਘਰ ਬਣਾ ਲਏ। ਬੰਦੇ ਆਦਿ ਕੋ ਉਤਪਾਤ ਫਿਰ ਸਮੇਂ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਨੰਦੇੜ ਦੀ ਧਰਤੀ ਤੋਂ। ਉਹਨਾਂ ਨੇ ਆ ਕਰਕੇ ਜਿਹੜੇ ਜਿਹੜੇ ਜ਼ਾਲਮ ਲੋਕ ਸੀ ਉਹਨਾਂ ਨੂੰ ਸੋਧਾ ਲਾਇਆ, ਸਮਾਣੇ ਸਢੌਰੇ ਨੂੰ। ਇਸੇ ਤਰ੍ਹਾਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, 22 ਧਾਰ ਦੇ ਰਾਜਿਆਂ ਨੂੰ ਵੀ ਸਜ਼ਾਵਾਂ ਦਿੱਤੀਆਂ। ਤੇ ਜੋ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਸੀ, ਜਬ ਹਟ ਗਏ ਭਈ ਸੁਖ ਸ਼ਾਂਤ ਜਦੋਂ ਉਹ ਸਮਾਂ ਵੀ ਲੰਘ ਗਿਆ, ਬਾਅਦ ਵਿੱਚ ਜਦੋਂ ਸਚਾਰ ਚਪੇਰਿਆਂ ਸੁਖ ਸ਼ਾਂਤੀ ਵਰਤ ਗਏ, ਤਬੇ ਗੁਲਾਬ ਰਾਏ ਚਲ ਆਇਓ ਮੇਰੇ ਗੁਲਾਬ ਰਾਏ ਇਹ ਪਰਿਵਾਰ ਦੇ ਸਮੇਤ ਚੱਲ ਕਰਕੇ ਉੱਥੋਂ ਆ ਗਏ। ਆਨੰਦਪੁਰ ਕੋ ਚੈਤ ਵਸਾਇਓ ਹੁਣ ਚਾਹੁੰਦੇ ਆ ਵੀ ਆਨੰਦਪੁਰ ਸਾਹਿਬ ਨੂੰ ਵਸਾਇਆ ਜਾਵੇ, ਕਿਉਂਕਿ ਆਨੰਦਪੁਰ ਸਾਹਿਬ ਇੱਕ ਵਾਰੀ ਉਜੜ ਗਿਆ ਨਾ ਸਾਧ ਸੰਗਤ ਜੀ। ਜਦੋਂ ਮਹਾਰਾਜ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਤਿਆਗ ਦਿੱਤਾ ਤੇ ਫੌਜਾਂ ਨੇ ਆਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਆਨੰਦਪੁਰ ਸਾਹਿਬ ਵਿੱਚ ਜਿੰਨੀ ਸੰਗਤ ਰਹਿੰਦੀ ਸੀ ਸਾਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਗਈ। ਆਨੰਦਪੁਰ ਸਾਹਿਬ ਦੀ ਧਰਤੀ ਇੱਕ ਵਾਰੀ ਉਜਾੜੇ ਦੇ ਸਹਿਤ ਹੋ ਗਈ ਤੇ ਸਤਿਗੁਰੂ ਤਾਂ ਮਾਲਵੇ ਵੱਲ ਨੂੰ ਚਲੇ ਗਏ। ਮਹਾਰਾਜ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਥੋੜੇ ਦਿਨਾਂ ਦੇ ਵਿੱਚ। ਵੱਡੇ ਸਾਹਿਬਜ਼ਾਦੇ 8 ਪੋਹ ਨੂੰ ਚਮਕੌਰ ਦੀ ਜੰਗ ਵਿੱਚ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ 13 ਪੋਹ ਨੂੰ ਸਰਹੰਦ ਦੇ ਵਿੱਚ ਸ਼ਹੀਦ ਹੋ ਗਏ। ਤੇ ਬਾਅਦ ਵਿੱਚ ਇਹ ਗੁਲਾਬ ਰਾਏ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਆਏ ਤੇ ਇਹ ਚਾਹੁੰਦੇ ਆ ਕਿ ਆਨੰਦਪੁਰ ਸਾਹਿਬ ਨੂੰ ਵਸਾਇਆ ਜਾਵੇ। ਸਭ ਜੋ ਤੈ ਕਹਿਲੂਰੀ ਨਾਥ ਉਸ ਵੇਲੇ ਜਿਹੜਾ ਕਹਿਲੂਰ ਦਾ ਰਾਜਾ ਸੀ, ਪਹਿਲਾਂ ਤੇ ਭੀਮ ਚੰਦ ਸੀ, ਇਹ ਤਾਂ ਚਮਕੌਰ ਦੀ ਜੰਗ ਦੇ ਵਿੱਚ ਫੱਟੜ ਹੋ ਗਿਆ ਸੀ ਤੇ ਜਾਂਦੇ ਹੋਏ ਦੀ ਘਰੇ ਫੜਿਆ ਸੀ ਤੇ ਮਰ ਗਿਆ ਸੀ, ਮੌਤ ਹੋ ਗਈ ਸੀ ਭੀਮ ਚੰਦ ਰਾਜੇ ਦੀ। ਇਹਦਾ ਪੁੱਤਰ ਸੀ ਅਜਮੇਰ ਚੰਦ, ਫਿਰ ਕਹਿਲੂਰ ਦਾ ਰਾਜਾ। ਮਿਲਿਓ ਜਾਏ ਕਰ ਸਕੇ ਸਾਥ ਇਹ ਕਹਿਲੂਰ ਦੇ ਰਾਜੇ ਨੂੰ ਜਾ ਕਰਕੇ ਗੁਲਾਬ ਰਾਏ ਮਿਲਿਆ ਹੈ, ਆਨੰਦਪੁਰ ਕੋ ਜੀਤ ਕੇ ਕਿਉਂਕਿ ਉਹਨਾਂ ਨੇ ਫੇਰ ਕਬਜ਼ਾ ਕਰ ਲਿਆ ਨਾ ਆਨੰਦਪੁਰ ਸਾਹਿਬ ਦੇ ਉੱਤੇ। ਪਹਾੜੀ ਰਾਜਿਆਂ ਨੇ, ਕਹਿਲੂਰੀ ਰਾਜੇ ਨੇ ਆਨੰਦਪੁਰ ਸਾਹਿਬ ਤੇ ਆਪਣਾ ਹੱਕ ਜਮਾ ਲਿਆ ਬਾਅਦ ਵਿੱਚ। ਫੇਰ ਤਾਂ ਇਹ ਗੁਲਾਬ ਰਾਏ ਜਾ ਕਰਕੇ ਕਹਿਲੂਰੀ ਰਾਜੇ ਨੂੰ ਮਿਲਿਆ ਕਰਕੇ ਮੋਲ ਮੋਹੀ ਕੋ ਦੇ ਆਖਿਆ ਜੋ ਆਨੰਦਪੁਰ ਸਾਹਿਬ ਦੀ ਧਰਤੀ ਜਿੰਨੀ ਹੈ, ਆਨੰਦਪੁਰ ਸਾਹਿਬ ਦਾ ਜੋ ਥੇ ਹੈ,
ਇਹਦਾ ਜੋ ਵੀ ਮੁੱਲ ਬਣਦਾ ਉਹ ਮੈਂ ਦੇਣ ਨੂੰ ਤਿਆਰ ਹਾਂ ਤੇ ਆਨੰਦਪੁਰ ਸਾਹਿਬ ਦੀ ਨਗਰੀ ਇਹ ਥਾਂ ਮੈਨੂੰ ਦਿੱਤੀ ਜਾਵੇ। 60,000 ਕਰਬ ਨਰੇ ਕੁਲੀਨ। ਉਹ ਕਹਿਲੂਰੀ ਰਾਜੇ ਨੇ ਆਖਿਆ 60,000 ਰੁਪਇਆ ਲਵਾਂਗਾ ਤਾਂ ਆਨੰਦਪੁਰ ਸਾਹਿਬ ਦੀ ਇਹ ਨਗਰੀ ਜਿਹੜੀ ਆ ਇੱਥੇ ਤੁਹਾਨੂੰ ਵਾਪਸ ਦੇਵਾਂਗਾ। ਫਿਰ ਇਹ ਗੁਲਾਬ ਰਾਏ ਨੇ 60,000 ਰੁਪਇਆ ਦਿੱਤਾ। 60 ਘੁਮਾਓ ਰਾਤ ਜੀ ਤੇ ਆਨੰਦਪੁਰ ਸਾਹਿਬ ਦੀ 60 ਘੁਮਾਉ ਜ਼ਮੀਨ ਆ ਉਹ ਫਿਰ ਕਹਿੰਦੇ ਵਾਪਸ ਦਿੱਤੀ। ਸ਼ਿਆਮ ਸਿੰਘ ਅਰ ਸਗਲ ਕੁਟੰਬ। ਇਸ ਤਰ੍ਹਾਂ ਸ਼ਿਆਮ ਸਿੰਘ ਤੇ ਸਾਰਾ ਪਰਿਵਾਰ ਆਨ ਬਸੇ ਦੇ ਨਨਕ ਨੰਦ। ਆਪਣੇ ਸਾਰੇ ਆਦਮੀਆਂ ਨੂੰ ਨਾਲ ਲੈ ਕਰਕੇ ਇਹ ਗੁਲਾਬ ਰਾਏ ਤੇ ਸ਼ਿਆਮ ਸਿੰਘ ਆ ਕੇ ਵਸ ਗਏ ਆਨੰਦਪੁਰ ਸਾਹਿਬ। ਕਿਤਕ ਸਗਨ ਹਿਤ ਆਪਨ ਬਣਾਏ। ਕੁਝ ਤਾਂ ਘਰ ਇਹਨਾਂ ਨੇ ਆਪਣੇ ਰਹਿਣ ਵਾਸਤੇ ਬਣਾਏ। ਕਿਤਕ ਅਪਰ ਕੁਟੰਬੀ ਆਏ। ਕੁਝ ਹੋਰ ਵੀ ਕਹਿੰਦੇ ਵੀ ਆਪਣੇ ਸ਼ਰਧਾਲੂਆਂ ਨੂੰ ਹੋਰ ਸੰਗਤਾਂ ਨੂੰ ਵੀ ਇੱਥੇ ਲਿਆ ਕੇ ਵਸਾਇਆ। ਦੀਪ ਮਾਲਕਾ ਜਿਸ ਵਿਸਾਖੀ। ਤੇ ਫਿਰ ਹੌਲੀ ਹੌਲੀ ਬਾਕੀ ਦੀਆਂ ਸੰਗਤਾਂ ਵੀ ਆਉਣ ਲੱਗ ਪਈਆਂ। ਆਨੰਦਪੁਰ ਸਾਹਿਬ ਫਿਰ ਆਬਾਦ ਹੋ ਗਿਆ। ਫਿਰ ਦੀਵਾਲੀ ਦਾ ਜੋੜ ਮੇਲਾ ਬੰਦੀ ਛੋੜ ਦਿਵਸ ਮਨਾਉਣ ਲੱਗ ਪਏ ਉੱਥੇ। ਇਸੇ ਤਰ੍ਹਾਂ ਵਿਸਾਖੀ ਦਾ ਇਹ ਸਾਰੇ ਦਿਹਾੜੇ ਗੁਰਪੁਰਬ ਮਨਾਉਣੇ ਆਰੰਭ ਹੋ ਗਏ। ਹੋਰੀ ਵਿਖੇ ਹੋਏ ਅਬਲਾਖੀ। ਫਿਰ ਇਸੇ ਤਰ੍ਹਾਂ ਹੋਲੀ ਦੇ ਦਿਨਾਂ ਵਿੱਚ ਹੋਲਾ ਮਹੱਲਾ ਇੱਥੇ ਮਨਾਇਆ ਜਾਂਦਾ ਸੀ ਪਹਿਲਾਂ ਨੂੰ, ਤੇ ਫਿਰ ਬਾਅਦ ਵਿੱਚ ਇਹ ਹੋਲੇ ਦਾ ਦਿਨ ਵੀ ਹੋਲੇ ਮਹੱਲੇ ਦਾ ਵੀ ਮਨਾਉਣ ਲੱਗ ਪਏ। ਇਹਨਾਂ ਦਿਨਾਂ ਦੇ ਉੱਤੇ ਸੰਗਤਾਂ ਆਉਣ ਲੱਗ ਪਈਆਂ। ਇਸ ਪੂਜਾ ਕੇ ਬੰਧਨ ਵੈਸੇ। ਹੁਣ ਆਨੰਦਪੁਰ ਸਾਹਿਬ ਨੂੰ ਇਹਨੇ ਦੁਬਾਰਾ ਆਬਾਦ ਕੀਤਾ ਗੁਲਾਬ ਰਾਏ ਨੇ ਤੇ ਸ਼ਿਆਮ ਸਿੰਘ ਨੇ। ਤੇ ਇਸ ਮੌਕੇ ਤੇ ਫਿਰ ਇਹ ਬਣ ਠਣ ਕੇ ਬੈਠ ਜਾਂਦਾ ਹੈ, ਗੁਰੂ ਬਣ ਕੇ ਬੈਠਦਾ ਹੈ। ਦਸਵੇਂ ਗੁਰੂ ਬਿਰਾਜੇ ਜੈਸੇ। ਜਿਵੇਂ ਕਹਿੰਦੇ 10ਵੇਂ ਗੁਰੂ ਸਾਹਿਬ ਜੀ ਬਿਰਾਜਦੇ ਸੀ ਨਾ, ਇਸ ਤਰੀਕੇ ਦੇ ਨਾਲ ਇਹ ਬਣ ਠਣ ਕੇ ਐ ਸੱਜ ਭੱਜ ਕੇ ਲੰਮਾ ਚੋਲਾ ਪਾ ਕੇ ਸ਼ਸਤਰ ਬਸਤਰ ਸਜਾ ਕੇ ਗੁਰੂ ਬਣ ਕੇ ਬੈਠਦਾ ਹੈ। ਸੰਗਤ ਆਵਨ ਲੱਗੀ ਬਿਲੋਕ। ਤੇ ਬਹੁਤੀਆਂ ਸੰਗਤਾਂ ਫਿਰ ਆਉਣ ਲੱਗ ਪਈਆਂ। ਨਾਲੇ ਮਹਾਰਾਜ ਨੇ ਬਚਨ ਕੀਤਾ ਸੀ ਜਦੋਂ ਪੱਗ ਲੈ ਕੇ ਬਚਪਨ 'ਚ ਭੱਜਿਆ ਸੀ, ਉਸ ਮੌਕੇ ਤੇ ਆਖਿਆ ਸੀ ਵੀ ਕੋਈ ਨਹੀਂ, ਕੁਝ ਸਮੇਂ ਵਾਸਤੇ ਤੇਰੀ ਇਹ ਵੀ ਇੱਛਾ ਪੂਰੀ ਹੋ ਜਾਵੇਗੀ, ਤੈਨੂੰ ਵੀ ਕੁਝ ਸਮੇਂ ਵਾਸਤੇ ਤੂੰ ਗੁਰੂ ਬਣ ਕੇ ਆਪਣੀ ਪੂਜਾ ਵੀ ਕਰਾ ਲੈਂਗਾ। ਤਾਂ ਇਸ ਤਰੀਕੇ ਨਾਲ ਸੰਗਤਾਂ ਆਉਣ ਲੱਗ ਪਈਆਂ, ਭੇਟਾ ਆਉਣ ਲੱਗ ਪਈ। ਦੇਖਾ ਦੇਖੀ ਹਵੈ ਗਣ ਲੋਕ। ਕਹਿੰਦੇ ਵੀ ਜਿਹੜੇ ਤਾਂ ਸਮਝਦੇ ਆ ਗੁਰਸਿੱਖ ਉਹ ਤਾਂ ਨਹੀਂ ਇਹਨੂੰ ਮੱਥਾ ਟੇਕਦੇ, ਬਾਕੀ ਕੁਝ ਹੁੰਦੀ ਸੰਗਤ ਉਹ ਵੇਖੋ ਵੇਖੀ ਮਗਰ ਲੱਗਣ ਵਾਲੀ, ਉਹ ਫਿਰ ਵੇਖੋ ਵੇਖੀ ਮੱਥਾ ਟੇਕੀ ਜਾਂਦੀ ਹੈ। ਲਿਆਏ ਪਾਣ ਪੂਜੇ ਪਾਏ। ਭੇਟਾ ਲਿਆ ਕਰਕੇ ਤੇ ਪੈਰੀ ਪੈਂਦੇ ਆ, ਪੂਜਦੇ ਹਨ। ਸ੍ਰੀ ਸਤਿਗੁਰ ਕੀ ਰੀਤ ਮਨਾਏ। ਜਿਵੇਂ ਸਤਿਗੁਰੂ ਜੀ ਦੀ ਮਰਿਆਦਾ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਉਸੇ ਰੀਤੀ ਦੇ ਅਨੁਸਾਰ ਇਸ ਦੀ ਪੂਜਾ ਕਰਦੇ ਹਨ। ਆਵਣ ਲੱਗਿਓ ਗਰਗ ਸਮੁਦਾਇ। ਜਦੋਂ ਬਹੁਤਾ ਧਨ ਆਉਣ ਲੱਗ ਪਿਆ, ਮੇਲਾ ਲੱਗਿਓ ਤਿਸ ਪਾਏ। ਇਹ ਜੋੜ ਮੇਲੇ ਲੱਗਣ ਲੱਗ ਪਿਆ ਆਨੰਦਪੁਰ ਸਾਹਿਬ ਹੋਲੇ ਮਹੱਲੇ ਦਾ। ਇਸੇ ਤਰ੍ਹਾਂ ਬੰਦੀ ਛੋੜ ਦਿਵਸ ਵਿਸਾਖੀ ਦਾ। ਕਲਗੀ ਜਗਾ ਸੰਸਾਰੇ। ਫਿਰ ਤਾਂ ਕਹਿੰਦੇ ਕਲਗੀ ਵੀ ਲਾ ਲੈਂਦਾ, ਤਾਂ ਹੋਰ ਵੀ ਸਾਰੇ ਗਹਿਣੇ ਪਾ ਲੈਂਦਾ ਹੈ। ਜਿਵੇਂ ਸ੍ਰੀ ਗੋਬਿੰਦ ਸਿੰਘ ਤਾਂ ਧਾਰੇ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਰੀਰ ਤੇ ਧਾਰਨ ਕਰਿਆ ਕਰਦੇ, ਤਿਮਹੀ ਕਮਰ ਕਸਾ ਸੁਣ ਕਰਕੇ। ਇਸੇ ਤਰ੍ਹਾਂ ਹੀ ਕਮਰ ਕੱਸਾ ਵੀ ਕੱਸ ਕਰਕੇ ਸਾਹਮਣੇ ਬੈਠ ਕੇ ਮੰਜੀ ਚੜ ਕੇ। ਸਾਰਿਆਂ ਦੇ ਵਿੱਚ ਫਿਰ ਆਪਣਾ ਤਖਤ ਲਾ ਕੇ ਮੰਜੀ ਦੇ ਉੱਤੇ ਚੜ ਕੇ ਸਿੰਘਾਸਣ ਤੇ ਬੈਠਦਾ ਹੈ। ਸ੍ਰੀ ਗੁਰੂ ਸੋਭਤ ਜਿਸ ਅਸਥਾਨ। ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ ਤੇ ਮਹਾਰਾਜ ਦੀਵਾਨ ਸਜਾਉਂਦੇ ਹੁੰਦੇ ਸੀ ਨਾ, ਸੰਗਤਾਂ ਨੂੰ ਦਰਸ਼ਨ ਦਿੰਦੇ ਸੀ, ਉਸ ਸਥਾਨ ਤੇ ਤਹੀਂ ਬੈਠੇ ਬਲਮਾਨ। ਵੱਡੇ ਮਾਣ ਦੇ ਨਾਲ ਉੱਥੇ ਬਣ ਠਣ ਕੇ ਬੈਠਦਾ, ਗੁਰੂ ਬਣ ਕੇ ਬਹਿੰਦਾ ਹੈ। ਐਸ਼ਵਰਜ ਵਧਿਓ ਭਇਓ ਹੰਕਾਰ। ਸੰਗਤ ਵੱਲੋਂ ਮਾਇਆ ਬਹੁਤੀ ਆ ਗਈ, ਐਸ਼ਵਰਜ ਸਾਜੋ ਸਮਾਨ ਵੱਧ ਗਿਆ ਤੇ ਹੰਕਾਰ ਬਹੁਤਾ ਹੋ ਗਿਆ। ਗੁਰ ਕੀ ਸਮਤਾ ਮੈਂ ਚਿਤ ਧਾਰ। ਹੁਣ ਗੁਰੂ ਸਾਹਿਬ ਜੀ ਦੀ ਸਮਤਾ ਬਰਾਬਰੀ ਚਿੱਤ ਵਿੱਚ ਕਰਨਾ ਚਾਹੁੰਦਾ ਹੈ। ਉਤੋਂ ਦੇਹਰਾ ਨਾਮ ਗੁਰੂ ਜੈ। ਜਿੱਥੇ ਗੁਰੂ ਨਾਵੇਂ ਪਾਤਸ਼ਾਹ ਜੀ ਦਾ ਸੀਸਗੰਜ ਸਾਹਿਬ ਸਥਾਨ ਹੈ ਨਾ, ਦੇਹਰਾ ਗੁਰੂ ਜੀ ਦਾ, ਜਿੱਥੇ ਮਹਾਰਾਜ ਦੇ ਪਵਿੱਤਰ ਸੀਸ ਦਾ ਸੰਸਕਾਰ ਹੋਇਆ ਸੀ ਸਾਧ ਸੰਗਤ ਜੀ। ਸੇਵਾ ਹਿਤ ਗੁਰਦਰਸ਼ ਸਾਧਤ ਹੈ। ਉੱਥੇ ਕਲਗੀਧਰ ਪਾਤਸ਼ਾਹ ਨੇ ਉਦਾਸੀ ਸਾਧੂ ਨੂੰ ਸੇਵਾ ਦਿੱਤੀ ਸੀ। ਆਨੰਦਪੁਰ ਸਾਹਿਬ ਛੱਡਣ ਲੱਗਿਆ ਭਾਈ ਗੁਰਬਖਸ਼ ਜੀ ਉਦਾਸੀ ਸਾਧੂ ਸਨ। ਆਪ ਗੁਰੂ ਸਿਰ ਕਰਤੇ ਗਏ। ਉਹ ਬਾਬਾ ਗੁਰਬਖਸ਼ ਜੀ ਨੂੰ ਆਪ ਉਸ ਥਾਂ ਦੇ ਉੱਤੇ ਮਹਾਰਾਜ ਸੇਵਾ ਵਾਸਤੇ ਸਥਿਤ ਕਰਕੇ ਗਏ। 10ਵੇਂ ਪਾਤਸ਼ਾਹ ਧੂਪ ਦੀਪ ਆਦਿ ਕ੍ਰਿਤ ਗਏ। ਆਖਿਆ ਸੀ ਕਿ ਭਾਈ ਗੁਰਬਖਸ਼ ਜੀ ਇੱਥੇ ਧੂਪ ਦਿਖਾਇਆ ਕਰਨੀ, ਝਾੜੂ ਦਿਆ ਕਰਨਾ, ਘਿਓ ਦਾ ਦੀਵਾ ਬਾਲਿਆ ਕਰਨਾ, ਜੋਤ ਜਗਾਉਣੀ। ਇਹ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਆਪ ਆਗਿਆ ਕੀਤੀ ਸੀ।
ਗੁਰਬਖਸ਼ ਉਦਾਸੀ ਸਾਧੂ ਨੂੰ। ਤਿਨ ਇੱਕ ਦਿਨ ਅਵਲੋਕਿਓ ਆਨ, ਇੱਕ ਦਿਨ ਉਹ ਉਦਾਸੀ ਸਾਧੂ ਇੱਧਰ ਤਖਤ ਸਾਹਿਬ ਵਾਲੇ ਪਾਸੇ ਆਇਆ ਤੇ ਉਸ ਉਦਾਸੀ ਸਾਧੂ ਭਾਈ ਗੁਰਬਖਸ਼ ਜੀ ਨੇ ਵੇਖਿਆ ਕਰਕੇ ਸਿਰਿਓ ਗੁਲਾਬ ਰਾਏ ਗੁਰਥਾਨ, ਵੀ ਇਹ ਤਾਂ ਸਿੰਘਾਸਨ ਲਾ ਕੇ ਗੁਲਾਬ ਰਾਏ ਬੈਠਾ ਹੈ, ਗੁਰੂ ਬਣ ਕੇ ਬੈਠਾ ਹੈ। ਸਹੀ ਨਾ ਗਈ ਅਵਗਿਆ ਵੀ ਹੇਰ, ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਥਾਨ ਦੀ ਤੇ ਗੁਰੂ ਪਦਵੀ ਦੀ ਅਵਗਿਆ ਹੈ, ਨਰਾਦਰੀ ਹੈ। ਉਸ ਸੰਤ ਤੋਂ ਸਹਾਰੀ ਨਾ ਗਈ। ਹਾਥ ਜੋੜ ਬੋਲਿਓ ਤਿਸ ਬੇਰ, ਉਹਨੇ ਆਖਿਆ ਗੁਰੂ ਕੀ ਅੰਸਵੰਸਾ ਫਿਰ ਵੀ ਛੇਵੇਂ ਪਾਤਸ਼ਾਹ ਦੀ ਅੰਸਵੰਸ ਹੈ, ਬਾਬਾ ਸੂਰਜਮਲ ਜੀ ਦੀ ਅੰਸਵੰਸ। ਪਹਿਲਾਂ ਤਾਂ ਹੱਥ ਜੋੜ ਕਰਕੇ ਬੇਨਤੀ ਕੀਤੀ, ਪੂਜਾ ਲੈਨ ਆਦ ਕ੍ਰਿਤ ਸਾਰੀ, ਆਖਿਆ ਜੀ ਪੂਜਾ ਜੋ ਸੰਗਤ ਨਮਸਕਾਰਾਂ ਕਰਦੀ ਹੈ ਉਹ ਪੂਜਾ ਤੁਸੀਂ ਲਓ, ਮਾਇਆ ਲਓ, ਸਾਰੀ ਬਾਕੀ ਜੋ ਕਿਰਤ ਹੈ ਸਭ ਕਰੀਏ ਮੈਂ ਕੋ ਹਟਕਾਰੀ, ਸਭ ਕੁਝ ਕਰੋ, ਤੁਹਾਡਾ ਪ੍ਰਬੰਧ ਹੈ, ਮਾਇਆ ਸੰਭਾਲੋ, ਸੇਵਾ ਕਰਾਓ, ਤੁਹਾਨੂੰ ਕੋਈ ਨਹੀਂ ਰੋਕੇਗਾ। ਬੈਠਣਾ ਉਚਿਤ ਨਾ ਗੁਰ ਕੇ ਥਾਨ, ਪਰ ਜਿੱਥੇ ਗੁਰੂ ਦਾ ਸਥਾਨ ਹੈ, ਗੁਰੂ ਬਣ ਕੇ ਗੁਰੂ ਦੇ ਸਿੰਘਾਸਣ ਤੇ ਗੁਰੂ ਬਣ ਕੇ ਨਾ ਬੈਠੋ। ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਆ, ਹੁਣ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਆ। ਇਸ ਕਰਕੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਨਾ ਕਰੋ, ਉਹਨਾਂ ਵਾਂਗੂ ਕਲਗੀ ਲਾ ਕਰਕੇ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਮੱਥੇ ਨਾ ਟਿਕਾਓ। ਇੱਥੇ ਇਹ ਉਦਾਸੀ ਮਹਾਂਪੁਰਖ ਨੇ ਬਾਬਾ ਗੁਰਬਖਸ਼ ਜੀ ਨੇ ਬੇਨਤੀ ਕੀਤੀ, ਬੰਧਨ ਜੋਗ ਸਭਨ ਕੇ ਜਾਨ, ਆਖਿਆ ਵੀ ਇਹ ਅਸਥਾਨ ਨੂੰ ਤਾਂ ਸਾਰਿਆਂ ਨੇ ਨਮਸਕਾਰਾਂ ਕਰਨੀਆਂ, ਤੁਸੀਂ ਆਪਣੇ ਆਪ ਨੂੰ ਮੱਥਾ ਨਾ ਟਿਕਾਓ, ਸਗੋਂ ਇਸ ਅਸਥਾਨ ਨੂੰ ਮੱਥਾ ਟੇਕੋ ਜਿੱਥੇ ਕਲਗੀਧਰ ਪਾਤਸ਼ਾਹ ਸਿੰਘਾਸਨ ਲਾ ਕੇ ਬੈਠਦੇ ਰਹੇ ਆ। ਤੁਸੀਂ ਨਾ ਇੱਥੇ ਸਿੰਘਾਸਨ ਲਾਓ, ਇਹ ਤਾਂ ਸਾਰਿਆਂ ਦੇ ਬੰਦਨਾ ਕਰਜੋਗ ਥਾਂ ਹੈ। ਆਨ ਬਣਾਵੋ ਆਪਨ ਦੂਜਾ, ਹਾਂ, ਜੇ ਤੁਸੀਂ ਆਪਣੀ ਪੂਜਾ ਕਰਾਉਣਾ ਚਾਹੁੰਦੇ ਹੋ ਤੇ ਗੁਰੂ ਕੇ ਸਥਾਨ ਤੇ ਨਾ ਕਰਾਓ, ਵੱਖਰਾ ਕੋਈ ਜਾ ਕੇ ਆਪਣਾ ਥਾਂ ਬਣਾ ਲਓ ਤੇ ਉੱਥੇ ਆਪਣੀ ਪੂਜਾ ਕਰਾਈ ਜਾਓ। ਕਹਾਂ ਬੈਠ ਲੀਜੀਏ ਸਭ ਪੂਜਾ, ਉੱਥੇ ਬੈਠ ਕਰਕੇ ਤੇ ਆਪਣੀ ਪੂਜਾ ਲਈ ਜਾਓ। ਸੰਤ ਗੁਲਾਬ ਰਾਏ ਰਸ ਭਰਿਓ, ਜਦੋਂ ਉਦਾਸੀ ਮਹਾਂਪੁਰਖ ਨੇ ਬੜੇ ਪ੍ਰੇਮ ਨਾਲ ਕੀਤੀ ਤਾਂ ਬੇਨਤੀ ਆ, ਪਰ ਗੁਲਾਬ ਰਾਏ ਹੰਕਾਰ ਦੇ ਵਿੱਚ ਸੀ, ਗੁੱਸੇ ਵਿੱਚ ਭਰ ਗਿਆ ਗੁਲਾਬ ਰਾਏ। ਕਯੋ ਫੁਕਰੇ ਹੋਏ ਦੇਖਤ ਜਰਿਓ, ਆਖਿਆ ਉਹ ਫੁਕਰਿਆ ਸਾਦਾ, ਮੈਨੂੰ ਵੇਖ ਕਰਕੇ ਸੜ ਗਿਆ ਵਾ, ਮੇਰੀ ਵਡਿਆਈ ਤੇਰੇ ਤੋਂ ਜਰੀ ਨਹੀਂ ਜਾਂਦੀ। ਪੁਰ ਉਜੜਿਓ ਲੈ ਕਿਨਹੂ ਬਸਾਇਓ, ਤੈਨੂੰ ਇਹ ਨਹੀਂ ਪਤਾ ਵੀ ਆਨੰਦਪੁਰ ਸਾਹਿਬ ਤੇ ਉਜੜ ਗਿਆ ਸੀ, ਇਹਨੂੰ ਤਾਂ ਵਸਾਇਆ ਹੀ ਕਿਸੇ ਨੇ ਨਹੀਂ, ਮੈਂ ਹੀ ਆ ਕੇ ਵਸਾਇਆ ਵਾ। ਮੈਂ 60,000 ਰੁਪਇਆ ਦੇ ਕਰਕੇ ਫੇਰ ਦੁਬਾਰਾ ਖਰੀਦ ਕੇ ਇਸ ਨਗਰ ਨੂੰ ਵਸਾਇਆ ਹੈ। ਗੁਰ ਕੋ ਅਦਬ ਨ ਕਿਨ ਰਖਵਾਇਓ, ਤੇ ਗੁਰੂ ਸਾਹਿਬ ਦਾ ਅਦਬ ਕਿਉਂ ਨਹੀਂ ਪਹਿਲਾਂ ਤੁਸੀਂ ਰਖਵਾਇਆ, ਕਿਉਂ ਨਹੀਂ ਇਸ ਅਸਥਾਨ ਨੂੰ ਤੁਸੀਂ ਆਬਾਦ ਕੀਤਾ? ਮੈਂ ਉਪਾਏ ਕਰ ਦੇ ਕਰ ਗਰਭ, ਮੈਂ ਯਤਨ ਕਰਕੇ ਧਨ ਦੇ ਕਰਕੇ ਫਿਰ ਇਤ ਉਤੇ ਬਸਾਇਓ ਸਰਬ, ਇੱਧਰ ਉੱਧਰ ਫਿਰ ਕੇ ਰਾਜਿਆਂ ਕੋਲੇ ਜਾ ਕੇ ਉਹਨਾਂ ਨੂੰ ਪੈਸੇ ਦੇ ਕੇ ਫਿਰ ਆਨੰਦਪੁਰ ਸਾਹਿਬ ਮੈਂ ਵਸਾਇਆ। ਗੁਰ ਥਲ ਬਿਦਤ ਕਰੇ ਤਾਂ ਲਾਇਓ, ਗੁਰੂ ਸਾਹਿਬ ਦੇ ਅਸਥਾਨ ਮੈਂ ਪ੍ਰਗਟ ਕੀਤੇ, ਇਹਦੇ ਤੇ ਮੈਂ ਆਪਣਾ ਧਨ ਖਰਚਿਆ ਹੈ। ਲੋਕਾਂ ਤੇ ਤੈ ਮਾਤ ਟਿਕਾਇਓ, ਇਸ ਕਰਕੇ ਸਾਰੇ ਅਸਥਾਨ ਪ੍ਰਗਟ ਕਰਕੇ ਫਿਰ ਹੁਣ ਲੋਕਾਂ ਤੋਂ ਸੰਗਤਾਂ ਤੋਂ ਇਹਨਾਂ ਸਥਾਨਾਂ ਤੇ ਮੈਂ ਨਮਸਕਾਰਾਂ ਕਰਵਾਈਆਂ। ਤੂੰ ਸੇਵਕ ਸੇਵਾ ਪਰ ਰਾਖਾ, ਨਾਲੇ ਤੇਰਾ ਕੀ ਅਧਿਕਾਰ ਮੈਨੂੰ ਆਖਣ ਦਾ? ਮੈਂ ਗੁਰੂ ਬੰਸ ਵਿੱਚੋਂ, ਤੂੰ ਇੱਕ ਗੁਰੂ ਘਰ ਦਾ ਸੇਵਕ ਆ ਤੇ ਤੈਨੂੰ ਸੇਵਾ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਛੱਡ ਕੇ ਗਏ, ਤੂੰ ਸੇਵਕ ਹੈ, ਤੈਨੂੰ ਸੇਵਾ ਵਾਸਤੇ